मैं ਤੁਹਾਡਾ ਵੀਰ ਡਾਕਟਰ ਹਰੀਸ਼ ਮਲਹੋਤਰਾ ਅੱਜ 22 ਜੂਨ 2021 ਨੂੰ ਫਿਰ ਤੁਹਾਡੇ ਲਈ ਹਫ਼ਤਾਵਾਰੀ ਪ੍ਰੋਗਰਾਮ ਸੋਚ ਦਾ ਸਫ਼ਰ ਲੈ ਕੇ ਹਾਜ਼ਰ ਹਾਂ। ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਮੈਂ ਆਪਣੀ ਕਿਤਾਬ ਬਾਤਾਂ ਬਲੈਦੀਆਂ ਵਿੱਚੋਂ ਪਹਿਲਾਂ ਇੱਕ ਲੇਖ ਪੜ੍ਹਦਾ ਅਤੇ ਫਿਰ ਉਸ ਤੋਂ ਬਾਅਦ ਤੁਹਾਡੇ ਨਾਲ ਟੈਲੀਫੋਨ ਦੇ ਰਾਹੀਂ ਸੰਵਾਦ ਰਚਾਉਣ ਦੀ ਕੋਸ਼ਿਸ਼ ਕਰਦਾ। ਮੈਂ ਇਹੋ ਜਿਹੇ ਮਸਲੇ ਆਪਣੀਆਂ ਲਿਖਤਾਂ ਵਿੱਚ ਆਪਣੀਆਂ ਕਿਤਾਬਾਂ ਵਿੱਚ ਲਿਖੇ ਆ ਜਿਨ੍ਹਾਂ ਬਾਰੇ ਸ਼ਾਇਦ ਸਾਡੇ ਸਮਾਜ ਵਿੱਚ ਕਦੀ ਗੱਲ ਨਾ ਹੁੰਦੀ ਹੋਵੇ ਅਤੇ ਸ਼ਾਇਦ ਮੇਰਾ ਖਿਆਲ ਆ ਆਪਣੇ ਜਿੰਨੇ ਵੀ ਏਸ਼ੀਅਨ ਟੈਲੀਵਿਜ਼ਨ ਅਤੇ ਰੇਡੀਓ ਇਸ ਮੁਲਕ ਵਿੱਚ ਹੈ ਅਤੇ ਸ਼ਾਇਦ ਕਿਸੇ ਹੋਰ ਬਾਹਰਲੇ ਮੁਲਕਾਂ ਵਿੱਚ ਵੀ ਅਤੇ ਜਾਂ ਆਪਣੇ ਮੁਲਕ ਵਿੱਚ ਵੀ ਉਹਨਾਂ ਮਸਲਿਆਂ ਬਾਰੇ ਸ਼ਾਇਦ ਖੁੱਲ੍ਹ ਕੇ ਗੱਲ ਨਾ ਹੁੰਦੀ ਹੋਵੇ। ਪਰ ਜੇਕਰ ਅਸੀਂ ਉਹਨਾਂ ਮਸਲਿਆਂ ਬਾਰੇ ਗੱਲ ਨਹੀਂ ਕਰਦੇ ਤਾਂ ਉਹ ਮਸਲੇ ਅੰਡਰ ਦੀ ਕਾਰਪਟ ਵਾਲੀ ਗੱਲ ਹੋਈ ਦੀ ਹੈ। ਪਰ ਮਸਲੇ ਤਾਂ ਹੈ ਪਰ ਅਸੀਂ ਉਹਨਾਂ ਬਾਰੇ ਗੱਲ ਨਹੀਂ ਕਰਦੇ ਅਤੇ ਮੈਂ ਕੋਸ਼ਿਸ਼ ਇਹ ਕਰਦਾ ਹੁੰਦਾ ਕਿ ਉਹਨਾਂ ਮਸਲਿਆਂ ਬਾਰੇ ਵੀ ਗੱਲ ਕੀਤੀ ਜਾ ਸਕੇ ਤਾਂ ਕਿ ਸਾਨੂੰ ਵੱਧ ਤੋਂ ਵੱਧ ਉਹਦੇ ਬਾਰੇ ਜਾਣਕਾਰੀ ਮਿਲ ਸਕੇ ਜਾਂ ਯਾਨੀ ਕਿ ਜਿਹੜੇ ਸਾਡੇ ਬੱਚੇ ਯਾਨੀ ਕਿ ਜਾਂ ਸਾਡੇ ਪਰਿਵਾਰ ਦਾ ਮੈਂਬਰ ਕੋਈ ਉਹਨਾਂ ਮਸਲਿਆਂ ਨਾਲ ਬਹੁਤ ਨੇੜੇ ਹੋ ਕੇ ਸੰਬੰਧਿਤ ਹੈ ਅਤੇ ਉਹਦੀ ਅਸੀਂ ਕਿਸੇ ਨਾ ਕਿਸੇ ਤਰੀਕੇ ਨਾਲ ਮਦਦ ਕਰ ਸਕੀਏ। ਇਹੋ ਜਿਹੇ ਮਸਲੇ ਆ ਜਿਨ੍ਹਾਂ ਬਾਰੇ ਸਾਡੇ ਹੋ ਸਕਦਾ ਮਨਾਂ ਵਿੱਚ ਬਹੁਤ ਸਾਰੀਆਂ ਗੰਢਾਂ ਹੋਣ, ਬਹੁਤ ਸਾਰੀਆਂ ਦਵੈਤਾਂ ਹੋਣ, ਬਹੁਤ ਸਾਰੀਆਂ ਜਿਹੜੀਆਂ ਈਰਖਾਵਾਂ ਹੋਣ, ਬਹੁਤ ਸਾਰੀਆਂ ਜਿਹੜੀਆਂ ਹੈਗੀਆਂ ਡਿਸਕ੍ਰਿਮੀਨੇਸ਼ਨ ਵਿਤਕਰੇ ਹੋਣ। ਪਰ ਫਿਰ ਵੀ ਮੈਂ ਸਮਝਦਾ ਕਿ ਮੇਰਾ ਇਹ ਫਰਜ਼ ਬਣਦਾ ਇੱਕ ਲੇਖਕ ਹੋਣ ਦੇ ਨਾਤੇ ਕਿ ਮੈਂ ਤੁਹਾਡੇ ਨਾਲ ਉਹਨਾਂ ਮਸਲਿਆਂ ਬਾਰੇ ਜ਼ਰੂਰ ਗੱਲਬਾਤ ਕਰਾਂ ਅਤੇ ਅੱਜ ਵੀ ਮੈਂ ਇੱਕ ਇਹੋ ਜਿਹਾ ਮਸਲਾ ਜਿਹੜਾ ਹੈਗਾ ਉਹ ਤੁਹਾਡੇ ਲਈ ਲੈ ਕੇ ਆਇਆ ਅਤੇ ਤੁਸੀਂ ਟੈਲੀਫੋਨ ਕਾਲ ਜਿਹੜੀਆਂ ਹੈਗੀਆਂ ਹੁਣ ਤੋਂ ਹੀ ਬੁੱਕ ਯਾਨੀ ਕਿ ਕਰ ਲਓ ਕਿਉਂਕਿ ਸਾਡਾ ਨੰਬਰ ਜਿਹੜਾ ਹੈਗਾ ਉਹ ਸਕਰੀਨ ਦੇ ਥੱਲੇ ਵੀ ਆ ਰਿਹਾ ਹੈਗਾ 0300 770 2246 ਅਤੇ ਕਿਉਂਕਿ ਤੁਹਾਨੂੰ ਪਤਾ ਹੈ ਕਿ ਮੈਂ ਹਰ ਵਾਰੀ ਕੋਸ਼ਿਸ਼ ਇਹ ਕਰਦਾ ਹੁੰਦਾ ਕਿ ਮੈਂ ਵੱਧ ਤੋਂ ਵੱਧ ਕਾਲਸ ਲੈ ਸਕਾਂ ਪਰ ਹਰ ਵਾਰੀ ਮੈਨੂੰ ਅਪੋਲੋਜੀ ਇਹ ਕਰਨਾ ਪੈਂਦਾ ਕਿ ਬਹੁਤ ਸਾਰੀਆਂ ਕਾਲਸ ਜਿਹੜੀਆਂ ਹੈਗੀਆਂ ਉਹ ਮੈਂ ਨਹੀਂ ਲੈ ਸਕਦਾ ਹੈਗਾ ਅਤੇ ਉਹ ਵਿਚਾਰੇ ਜਿਹੜੇ ਲੋਕ ਹੈਗੇ ਆ ਮੇਰੇ ਯਾਨੀ ਕਿ ਜਿਹੜੇ ਲੋਕ ਇਹਦੇ ਵਿੱਚ ਹਿੱਸਾ ਲੈਣਾ ਚਾਹੁੰਦੇ ਆ ਉਹਨਾਂ ਦੇ ਬਹੁਤ ਹੀ ਇੰਪੋਰਟੈਂਟ ਅਤੇ ਅਹਿਮ ਜਿਹੜੇ ਵਿਚਾਰ ਹੈਗੇ ਆ ਉਹ ਮੇਰੇ ਤੱਕ ਅਤੇ ਤੁਹਾਡੇ ਤੱਕ ਨਹੀਂ ਪਹੁੰਚ ਸਕਦੇ। ਤਾਂ ਕੋਸ਼ਿਸ਼ ਕਰੋ ਕਿ ਤੁਸੀਂ ਹੁਣ ਤੋਂ ਹੀ ਜਿਹੜਾ ਟੈਲੀਫੋਨ ਕਾਲਸ ਕਰਨੀ ਸ਼ੁਰੂ ਕਰ ਦਿਓ ਤਾਂ ਕਿ ਤੁਹਾਨੂੰ ਤੁਸੀਂ ਕਿਊ ਵਿੱਚ ਲੱਗ ਸਕੋ ਅਤੇ ਮੈਨੂੰ ਸਾਡੇ ਟੈਕਨੀਸ਼ੀਅਨ ਜਿਹੜੇ ਹੈਗੇ ਉਹ ਦੱਸਦੇ ਰਹਿੰਦੇ ਹਲੇ ਵੀ ਹੁਣ ਕਿੰਨੀਆਂ ਕਾਲਸ ਜਿਹੜੀਆਂ ਪਿੱਛੇ ਵੇਟ ਕਰਦੀਆਂ ਅਤੇ ਮੈਂ ਕੋਸ਼ਿਸ਼ ਕਰੂੰਗਾ ਕਿ ਆਪਾਂ ਟੂ ਦੀ ਪੁਆਇੰਟ ਗੱਲ ਕਰਕੇ ਵੱਧ ਤੋਂ ਵੱਧ ਲੋਕਾਂ ਦੇ ਵਿਚਾਰ ਜਿਹੜੇ ਹੈਗੇ ਆ ਉਹ ਸੁਣ ਸਕੀਏ। ਅਤੇ ਇਹ ਮੈਂ ਜਿਹੜਾ ਅੱਜ ਮਸਲਾ ਜਿਸ ਤਰ੍ਹਾਂ ਮੈਂ ਦੱਸਿਆ ਹੈਗਾ ਤੁਹਾਡੇ ਲੈ ਕੇ ਆਇਆ ਹੈਗਾ ਉਹ ਵੀ ਪਿਛਲੇ ਹਫ਼ਤੇ ਵਾਂਗਰ ਇਹ ਵੀ ਜਿਹੜਾ ਮਸਲਾ ਇਹੋ ਜਿਹਾ ਹੈ ਜਿਹਦੇ ਬਾਰੇ ਸਾਡੇ ਸਮਾਜ ਦੇ ਵਿੱਚ ਬੜੀ ਘੱਟ ਗੱਲ ਕੀਤੀ ਜਾਂਦੀ ਹੈ। ਇਹ ਮਸਲਾ ਹੈ ਟਰਾਂਸਵੈਸਟਾਈਟ ਜਿਹਨੂੰ ਯਾਨੀ ਕਿ ਅੰਗਰੇਜ਼ੀ ਵਿੱਚ ਟਰਾਂਸਵੈਸਟਾਈਟ ਕਹਿੰਦੇ ਹੈ ਅਤੇ ਪੰਜਾਬੀ ਵਿੱਚ ਆਪਾਂ ਇਹਨੂੰ ਕਹਿ ਸਕਦੇ ਹਾਂ ਵਿਪਰੀਤ ਲਿੰਗ। ਇਹ ਉਹ ਯਾਨੀ ਕਿ ਲੋਕ ਹੈ ਜਿਹੜੇ ਜਿਨ੍ਹਾਂ ਵਿੱਚ ਬਿਰਤੀ ਇਹੋ ਜਿਹੀ ਹੈ ਜਿਹੜੇ ਕਿ ਉਹਨਾਂ ਦੀ ਬੋਡੀ ਤਾਂ ਮੇਲ ਦੀ ਹੈ ਪਰ ਉਹਨਾਂ ਦੀ ਬਿਰਤੀ ਜਿਹੜੀ ਹੈਗੀ ਉਹ ਫੀਮੇਲ ਵਾਲੀ ਹੈ ਜਾਂ ਜਿਹੜੀ ਹੈਗੀ ਫੀਮੇਲ ਯਾਨੀ ਕਿ ਉਹਨਾਂ ਦੀ ਬੋਡੀ ਹੈ ਅਤੇ ਬਿਰਤੀ ਉਹਨਾਂ ਦੀ ਮੇਲ ਵਿੱਚ ਹੈ ਅਤੇ ਉਹ ਕੱਪੜੇ ਜਿਹੜੇ ਹੈਗੇ ਆ ਆਦਮੀ ਜਿਹੜੇ ਹੈਗੇ ਔਰਤਾਂ ਦੇ ਕੱਪੜੇ ਪਾਉਣਾ ਪਸੰਦ ਕਰਦੇ ਆ ਅਤੇ ਜਿਹੜੀਆਂ ਔਰਤਾਂ ਹੈਗੀਆਂ ਉਹ ਆਦਮੀ ਦੇ ਕੱਪੜੇ ਪਾਉਣਾ ਪਸੰਦ ਕਰਦੇ ਹੈ। ਅਤੇ ਮੈਂ ਇਹ ਛੋਟਾ ਜਿਹਾ ਲੇਖ ਪੜ੍ਹਦਾ ਫਿਰ ਉਸ ਤੋਂ ਬਾਅਦ ਜਿਹੜੀਆਂ ਤੁਹਾਡੇ ਟੈਲੀਫੋਨ ਕਾਲਸ ਲੈ ਕੇ ਆਪਾਂ ਇਸ ਮਸਲੇ 'ਤੇ ਸੰਵਾਦ ਚੋਣ ਦੀ ਕੋਸ਼ਿਸ਼ ਕਰਦੇ ਹਾਂ। ਐਂਜਲੋ ਨੂੰ ਸ਼ਾਇਦ ਹੁਣ ਹੌਸਲਾ ਹੋ ਗਿਆ ਸੀ। ਉਹ ਫਿਰ ਬੋਲਿਆ, ਸਮਲਿੰਗਾਂ ਬਾਰੇ ਸਮਾਜ ਵਿੱਚ ਕਈ ਤਰ੍ਹਾਂ ਦਾ ਮਲਤ ਪ੍ਰਚਾਰ ਹੋ ਰਿਹਾ ਹੈ ਪਰ ਕਦੇ ਕਿਸੇ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਸਮਲਿੰਗ ਲੋਕਾਂ 'ਤੇ ਇਹਨਾਂ ਗੱਲਾਂ ਦਾ ਕਿੰਨਾ ਭੈੜਾ ਅਸਰ ਪੈਂਦਾ ਹੈ। ਉਹ ਦੁਆ ਅਤੇ ਡਰ ਦੀ ਜ਼ਿੰਦਗੀ ਬਤੀਤ ਕਰਦੇ ਹਨ ਅਤੇ ਆਪਣੇ ਆਪ ਨੂੰ ਗੁਨਾਹਗਾਰ ਸਮਝਦੇ ਹਨ ਜਦੋਂ ਕਿ ਉਹਨਾਂ ਦਾ ਰਤੀ ਭਰ ਵੀ ਕਸੂਰ ਨਹੀਂ ਹੁੰਦਾ। ਐਂਜਲੋ ਬੋਲਦਾ ਜਾ ਰਿਹਾ ਸੀ, ਸਮਲਿੰਗ ਲੋਕਾਂ ਦੀ ਸਰੀਰਕ ਸ਼ਖਸੀਅਤ ਹੀ ਐਸੀ ਹੁੰਦੀ ਹੈ ਕਿ ਉਹ ਉਲਟ ਸੈਕਸ ਪ੍ਰਤੀ ਸੈਕਸੀ ਪਿਆਰ ਨਹੀਂ ਦਿਖਾ ਸਕਦੇ। ਇਹ ਗੱਲ ਔਰਤ ਸਮਲਿੰਗਾਂ 'ਤੇ ਵੀ ਲਾਗੂ ਹੁੰਦੀ ਹੈ। ਸਰੀਰਕ ਬਣਤਰ ਅਤੇ ਬਾਇਓਲੋਜੀਕਲ ਜੀਵ ਵਿਗਿਆਨਕ ਤੱਤਾਂ ਨੂੰ ਅਸੀਂ ਕਿਵੇਂ ਬਦਲ ਦੇਈਏ? ਸਾਡਾ ਵੀ ਇਸ ਦੁਨੀਆ ਵਿੱਚ ਜੀਣ ਦਾ ਹੱਕ ਹੈ। ਐਂਜਲੋ ਇੱਕ ਕਿਸਮ ਦਾ ਰੋਣ ਹਾਕਾ ਹੋ ਗਿਆ ਸੀ ਅਤੇ ਮੈਨੂੰ ਉਹ 4 ਵਿਪਰੀਤ ਲਿੰਗ ਦੇ ਵਸਤਰ ਪਾਉਣ ਵਾਲੇ ਯਾਦ ਆ ਰਹੇ ਸਨ ਜਿਨ੍ਹਾਂ ਨੂੰ ਮੈਰਿਜ ਗਾਈਡੈਂਸ ਕਾਉਂਸਲ ਵਾਲਿਆਂ ਇੱਕ ਵਾਰ ਕਾਨਫਰੰਸ ਵਿੱਚ ਸੱਦਿਆ ਸੀ। ਉਹ ਚਾਰੇ ਟਰਾਂਸਵੈਸਟਾਈਟ ਵੀ ਮਰਦ ਸਨ ਅਤੇ ਕਹਿ ਰਹੇ ਸਨ, ਸਮਾਜ ਸਾਨੂੰ ਕਬੂਲ ਨਹੀਂ ਕਰਦਾ ਕਿਉਂਕਿ ਸਾਡੀ ਗਿਣਤੀ ਘੱਟ ਹੈ। ਬਰਤਾਨੀਆ ਵਿੱਚ ਘੱਟ ਤੋਂ ਘੱਟ 2 ਕਰੋੜ ਬਾਲਗ ਆਦਮੀਆਂ ਵਿੱਚ ਸਾਡੀ ਗਿਣਤੀ 10,000 ਤੋਂ ਲੈ ਕੇ 2 ਲੱਖ ਤੱਕ ਹੈ। ਪਰ ਇਹ ਵੀ ਇੱਕ ਮੋਟਾ ਜਿਹਾ ਅੰਦਾਜ਼ਾ ਹੈ। ਸਾਡੇ ਵਰਗੇ ਮੈਡੀਕਲ ਡਾਕਟਰ ਵੀ ਘੱਟੋ ਘੱਟ ਸ਼ਾਇਦ 500 ਹੋਣ। ਸਾਡਾ ਮਰਦ ਜਾਂ ਔਰਤ ਸਮਲਿੰਗਾਂ ਨਾਲੋਂ ਫਰਕ ਹੈ ਕਿਉਂਕਿ ਅਸੀਂ ਸੈਕਸ ਵੱਲੋਂ ਔਰਤਾਂ ਨਾਲ ਸੈਕਸ ਕਰਦੇ ਹਾਂ, ਬੱਚੇ ਪੈਦਾ ਕਰਦੇ ਹਾਂ ਅਤੇ ਪਾਲਦੇ ਹਾਂ ਪਰ ਇੰਨਾ ਜ਼ਰੂਰ ਹੈ ਕਿ ਅਸੀਂ ਔਰਤਾਂ ਦੇ ਕੱਪੜੇ ਪਾਉਣਾ ਪਸੰਦ ਕਰਦੇ ਹਾਂ। ਇਹ ਵੀ ਸਾਡੀ ਸਰੀਰਕ ਸ਼ਖਸੀਅਤ ਦੀ ਮਜਬੂਰੀ ਹੈ। ਅਗਰ ਅਸੀਂ ਕੁਦਰਤ ਵੱਲੋਂ ਹੀ ਇਸ ਤਰ੍ਹਾਂ ਹਾਂ ਤਾਂ ਇਹਦੇ ਵਿੱਚ ਸਾਡਾ ਕੋਈ ਕਸੂਰ ਨਹੀਂ ਹੈ। ਅਸੀਂ ਗੁਨਾਹਗਾਰ ਮਹਿਸੂਸ ਕਰਦੇ ਹਾਂ ਜਦੋਂ ਕਿ ਸਾਡਾ ਕੋਈ ਦੋਸ਼ ਨਹੀਂ ਹੈ। ਜਿਵੇਂ ਕਾਲੇ ਲੋਕਾਂ
ਔਰਤਾਂ ਅਤੇ ਅਪਾਹਜ ਲੋਕਾਂ ਕੋਈ ਗੁਨਾਹ ਨਹੀਂ ਕੀਤਾ, ਪਰ ਸਮਾਜ ਫਿਰ ਵੀ ਉਹਨਾਂ ਨੂੰ ਤਿਰਛੀ ਨਜ਼ਰ ਨਾਲ ਦੇਖਦਾ ਹੈ। ਅਸੀਂ ਡਰ ਡਰ ਕੇ ਜ਼ਿੰਦਗੀ ਬਸਰ ਕਰਦੇ ਹਾਂ ਕਿ ਸਾਡੀਆਂ ਪਤਨੀਆਂ ਜਾਂ ਸਮਾਜ ਵਿੱਚ ਕਿਸੇ ਹੋਰ ਨੂੰ ਸਾਡੇ ਇਸ ਵਰਤਾਵ ਬਾਰੇ ਪਤਾ ਨਾ ਲੱਗ ਜਾਵੇ। ਇਸੇ ਡਰ ਕਰਕੇ ਸਾਡੇ ਵਿੱਚੋਂ ਕਈਆਂ ਦੀ ਸੈਕਸ ਤਾਕਤ ਅਤੇ ਸੈਕਸ ਖਾਸ਼ ਘਟ ਗਈ ਹੈ। ਪਰ ਜਦ ਉਹਨਾਂ ਨੂੰ ਕਬੂਲ ਹੋਣ ਦਾ ਜਾਂ ਇਹ ਪਤਾ ਲੱਗਦਾ ਹੈ ਕਿ ਉਹਨਾਂ ਵਰਗੇ ਦੁਨੀਆ ਵਿੱਚ ਹੋਰ ਵੀ ਲੋਕ ਹਨ, ਉਹਨਾਂ ਦਾ ਸੈਕਸ਼ੁਅਲ ਵਰਤਾਵ ਆਮ ਵਰਗਾ ਹੋ ਜਾਂਦਾ ਹੈ। ਸਾਡੀਆਂ ਪਤਨੀਆਂ ਨੂੰ ਇਸ ਵਰਤਾਵ ਬਾਰੇ ਪਤਾ ਲੱਗਣ 'ਤੇ ਵਿਆਹੁਤਾ ਜ਼ਿੰਦਗੀ ਵਿੱਚ ਤ੍ਰਿੜਾਂ ਪੈਂਦੀਆਂ ਹਨ ਅਤੇ ਤਲਾਕ ਵੀ ਇਸੇ ਕਰਕੇ ਸਾਡੇ ਵਰਗਿਆਂ ਵਿੱਚ ਜ਼ਿਆਦਾ ਹਨ। ਪਤਨੀਆਂ ਉੱਤੇ ਸਮਾਜਿਕ ਕਦਰਾਂ ਕੀਮਤਾਂ ਦਾ ਦਬਾਅ ਸਾਡੇ ਸੰਬੰਧਾਂ ਨੂੰ ਹੋਰ ਪੇਚੀਦਾ ਬਣਾਉਂਦਾ ਹੈ। ਉਹਨੂੰ ਲੱਗਦਾ ਹੈ ਜਿਵੇਂ ਮੈਂ ਇੱਕ ਹੋਰ ਔਰਤ ਨਾਲ ਰਹਿ ਰਹੀ ਹਾਂ, ਅਤੇ ਕੀ ਇਸ ਮਾਹੌਲ ਵਿੱਚ ਬੱਚਿਆਂ ਦਾ ਪਾਲਣ ਪੋਸ਼ਣ ਠੀਕ ਤਰ੍ਹਾਂ ਹੋ ਸਕੇਗਾ, ਕਿਉਂਕਿ ਅਸੀਂ ਬੱਚਿਆਂ ਨੂੰ ਛੋਟੇ ਹੁੰਦਿਆਂ ਹੀ ਉਹਨਾਂ ਦੀ ਸੈਕਸੀ ਸ਼ਨਾਖਤ 'ਤੇ ਜ਼ੋਰ ਦੇਣ ਲੱਗ ਪੈਂਦੇ ਹਾਂ। ਵਿਪਰੀਤ ਲਿੰਗ ਦੇ ਕੱਪੜੇ ਵਾਲੇ ਲੋਕ ਟਰਾਂਸਵੈਸਟਾਈਟ ਸ਼ਾਂਤੀ ਪਸੰਦ ਲੋਕ ਹਨ ਅਤੇ ਉਹਨਾਂ ਦਾ ਪੁਲਿਸ ਨਾਲ ਬੜਾ ਘੱਟ ਵਾਹ ਪੈਂਦਾ ਹੈ। ਪਰ ਫਿਰ ਵੀ ਅਗਰ ਕੋਈ ਮਰਦ ਔਰਤਾਂ ਵਾਲੇ ਕੱਪੜੇ ਪਾ ਕੇ ਸ਼ਰੇਆਮ ਤੁਰਿਆ ਫਿਰੇ ਤਾਂ ਪਛਾਣ ਹੋ ਜਾਣ 'ਤੇ ਉਹਨੂੰ ਕਚਹਿਰੀ ਵਿੱਚ ਲਿਜਾਇਆ ਜਾ ਸਕਦਾ ਹੈ। ਮੈਂ ਸੋਚ ਰਿਹਾ ਸੀ ਕਿ ਇਹ ਗੱਲ ਹਿੰਦੁਸਤਾਨ ਵਿੱਚ ਲਾਗੂ ਨਹੀਂ ਹੋ ਸਕਦੀ, ਜਿੱਥੇ ਮੁਸਲਮਾਨ ਆਦਮੀ ਔਰਤਾਂ ਵਾਂਗ ਸਲਵਾਰਾਂ ਪਾਉਂਦੇ ਹਨ। ਕਈ ਹਿੱਸਿਆਂ ਵਿੱਚ ਔਰਤਾਂ ਵਾਂਗ ਮਰਦ ਘੱਗਰੀ ਸਕਰਟ ਪਾਉਂਦੇ ਅਤੇ ਸਾੜੀਆਂ ਵੀ ਬੰਨ੍ਹਦੇ ਹਨ। ਸ਼ਾਇਦ ਅਸੀਂ ਟਰਾਂਸਵੈਸਟਾਈਟ ਨੂੰ ਕਬੂਲ ਕਰਨ ਵਿੱਚ ਪੱਛਮੀ ਲੋਕਾਂ ਨਾਲੋਂ ਅੱਗੇ ਨਿਕਲ ਗਏ ਹੋਵਾਂਗੇ। ਟਰਾਂਸਵੈਸਟਾਈਟ ਕਹਿ ਰਹੇ ਹਨ, ਮਰਦ ਆਮ ਕਰਕੇ ਔਰਤ ਨਾਲ ਤੁਲਨਾ ਕੀਤਿਆਂ ਸੁਭਾਅ ਵੱਲੋਂ ਮਾਰ ਖੁੰਡਾ ਹੈ ਅਤੇ ਸਮਾਜ ਇਸ ਵਰਤਾਵ ਨੂੰ ਕਬੂਲ ਕਰਦਾ ਹੈ ਅਤੇ ਆਮ ਜਿਹੀ ਗੱਲ ਵੀ ਮੰਨਦਾ ਹੈ। ਭਾਵੇਂ ਕਿ ਦੁਨੀਆ ਵਿੱਚ ਕਈ ਥਾਵਾਂ 'ਤੇ ਹੁਣ ਮਰਦਾਂ ਅਤੇ ਔਰਤਾਂ ਦੇ ਕੰਮਾਂ ਦੀ ਵੰਡ ਵਿੱਚ ਉਥਲ ਪੁਥਲ ਹੋਈ ਹੈ ਅਤੇ ਦਿਨ ਬ ਦਿਨ ਹੋ ਰਹੀ ਹੈ। ਯੂਨੀਸੈਕਸ ਬਾਰੇ ਪਹਿਲਾਂ ਬੜਾ ਰੌਲਾ ਸੀ, ਪਰ ਹੁਣ ਇਹਨੂੰ ਇੱਕ ਕਿਸਮ ਦਾ ਕਬੂਲ ਲਿਆ ਗਿਆ ਹੈ, ਜਾਂ ਨਿਊਟਰਲ ਸੈਕਸ ਜਾਂ ਨਿਊਟਰਲ ਜੈਂਡਰ। ਆਦਮੀ ਔਰਤਾਂ ਦੇ ਕੱਪੜੇ, ਵਾਲਾਂ ਦੀ ਕਟਾਈ, ਵਧਾਈ ਅਤੇ ਕੰਮ ਦੀ ਬਰਾਬਰੀ ਆਦਿ ਵਿੱਚ ਔਰਤਾਂ ਦੀ ਆਜ਼ਾਦੀ ਮੁਹਿੰਮ ਨੇ ਕਾਫੀ ਹਿੱਸਾ ਪਾਇਆ ਹੈ। ਜਿਹੜੀਆਂ ਕਦਰਾਂ ਕੀਮਤਾਂ ਸਮਾਜ ਵਿੱਚ ਸੈਂਕੜੇ ਵਰ੍ਹਿਆਂ ਤੋਂ ਘਰ ਘਰੀ ਬੈਠੀਆਂ ਸਨ, ਉਹਨਾਂ ਦੀਆਂ ਜੜ੍ਹਾਂ ਪੁੱਟ ਕੇ ਰੱਖ ਦਿੱਤੀਆਂ ਹਨ। ਵੈਸੇ ਵੀ ਦੇਖਿਆ ਜਾਵੇ ਤਾਂ ਆਦਮੀ ਵਿੱਚ ਔਰਤ ਦੇ ਅਤੇ ਔਰਤ ਵਿੱਚ ਆਦਮੀ ਦੇ ਅੰਸ਼ ਤਾਂ ਹੁੰਦੇ ਹੀ ਹਨ, ਪਰ ਉਹਨਾਂ ਦੀ ਅਨੁਪਾਤ ਦਾ ਹੀ ਫਰਕ ਹੁੰਦਾ ਹੈ। ਅਖੀਰ ਵਿੱਚ ਉਹਨਾਂ ਆਪਣੀ ਵਿਊਮੈਂਟ ਸੁਸਾਇਟੀ ਦਾ ਪਤਾ ਦਿੱਤਾ। ਵਿਊਮੈਂਟ ਸੁਸਾਇਟੀ ਬਾਕਸ ਨੰਬਰ 3084 ਲੰਡਨ WC 146XX। ਹੁਣ ਚਾਹ ਪੀਣ ਦਾ ਵਕਤ ਹੋ ਗਿਆ ਸੀ ਅਤੇ ਅਸੀਂ 10 ਮਿੰਟਾਂ ਲਈ ਕਮਰੇ ਵਿੱਚੋਂ ਬਾਹਰ ਨਿਕਲ ਗਏ। ਵਾਪਸ ਆਉਣ 'ਤੇ ਸਭ ਚੁੱਪ ਸਨ ਅਤੇ ਕਦੇ ਕਦੇ ਇੱਕ ਦੂਜੇ ਵੱਲ ਚੋਰ ਅੱਖ ਨਾਲ ਦੇਖ ਰਹੇ ਸਾਂ। ਮੈਂ ਚੁੱਪ ਤੋੜਦਿਆਂ ਕਿਹਾ, ਮੈਂ ਦੁਬਿਧਾ ਵਿੱਚ ਹਾਂ ਕਿ ਅਗਰ ਕੋਈ ਮੇਰਾ ਦੋਸਤ ਜੋ ਕਿ ਮੈਂ ਆਪ ਚੁਣਿਆ ਅਤੇ ਬਣਾਇਆ ਹੁੰਦਾ ਹੈ, ਜਾਂ ਧੋਖਾ ਦੇ ਦੇਵੇ ਜਾਂ ਨੁਕਸਾਨ ਕਰ ਦੇਵੇ ਤਾਂ ਉਹਨੂੰ ਛੱਡ ਦਿੰਦਾ ਹਾਂ। ਪਰ ਜਦ ਮੇਰਾ ਕੋਈ ਖੂਨ ਦਾ ਰਿਸ਼ਤੇਦਾਰ ਜਿਹਦੇ ਨਾਲ ਨਾਤਾ ਨਾ ਤਾਂ ਮੈਂ ਖੁਦ ਚੁਣਿਆ ਹੁੰਦਾ ਹੈ ਅਤੇ ਨਾ ਹੀ ਬਣਾਇਆ ਹੁੰਦਾ ਹੈ, ਜਾਂ ਧੋਖਾ ਦਿੰਦਾ ਜਾਂ ਨੁਕਸਾਨ ਕਰਦਾ ਹੈ, ਤਾਂ ਉਹਨੂੰ ਛੱਡਣ ਦੇ ਬਾਵਜੂਦ ਸਮਾਜਿਕ ਕਦਰਾਂ ਕੀਮਤਾਂ ਅਤੇ ਦਬਾਅ ਕਰਕੇ ਉਹਦਾ ਨਾਤਾ ਮੇਰੇ ਨਾਲ ਸਦਾ ਹੀ ਜੁੜਿਆ ਰਹਿੰਦਾ ਹੈ। ਇਸ ਦੁਬਿਧਾ ਦਾ ਕੀ ਇਲਾਜ ਕੀਤਾ ਜਾਵੇ? ਜੇਕਰ ਸਾਰੀ ਦੁਨੀਆ ਹੀ ਮੇਰਾ ਪਰਿਵਾਰ ਹੈ ਤਾਂ ਉਹਦੇ ਵਿੱਚ ਮੇਰੇ ਮਾਂ ਪਿਓ, ਭੈਣ ਭਰਾ, ਚਾਚੇ ਤਾਏ, ਭੂਆ, ਮਾਮੇ ਆਦਿ ਵੀ ਸ਼ਾਮਲ ਹਨ। ਇਹਨਾਂ ਸਕੇ ਰਿਸ਼ਤੇਦਾਰਾਂ ਨੂੰ ਬਾਕੀ ਲੋਕਾਂ ਵਾਂਗ ਕਿਉਂ ਨਹੀਂ ਸਮਝਿਆ ਜਾਂਦਾ, ਜਦੋਂ ਕਿ ਸੱਚਾਈ ਇਹ ਹੈ ਕਿ ਜਾਤੀ ਨੁਕਸਾਨ ਕਰਨ ਵੇਲੇ ਜ਼ਿਆਦਾ ਥੱਲਾ ਇਹ ਸਕੇ ਰਿਸ਼ਤੇਦਾਰ ਹੀ ਲਾਉਂਦੇ ਹਨ। ਮੇਰੀ ਇਸ ਦੁਬਿਧਾ ਨੇ ਗਰੁੱਪ ਦੇ ਬਹੁਤ ਲੋਕਾਂ ਨੂੰ ਅਵਾਕ ਕਰ ਦਿੱਤਾ। ਮੈਂ 2 ਮਿੰਟ ਉਹਨਾਂ ਵੱਲ ਦੇਖਦਾ ਰਿਹਾ, ਪਰ ਕੋਈ ਹੁੰਗਾਰਾ ਨਾ ਮਿਲਣ 'ਤੇ ਫਿਰ ਬੋਲਿਆ। ਅੱਜ ਸਵੇਰੇ ਮੈਂ ਜਦ ਉੱਠਿਆ ਤਾਂ ਧੁੱਪ ਵਾਹਵਾ ਨਿਖਰੀ ਪਈ ਸੀ। ਖਿੜਕੀ ਵਿੱਚੋਂ ਬਾਹਰ ਦੇਖਿਆ ਤਾਂ ਘਾਹ ਉੱਪਰ ਕੰਧ ਨਾਲ ਢੋਲ ਆਈ ਜਿਨੇਵਾ ਤੋਂ ਆਈ ਫਰਾਂਸੋਇਸ ਕੋਲ ਚਲਾ ਗਿਆ। ਸਤਿ ਜਾਣ ਪਛਾਣ ਤੋਂ ਬਾਅਦ ਮੈਂ ਆਪਣੀ ਦੁਬਿਧਾ ਉਹਦੇ ਨਾਲ ਸਾਂਝੀ ਕੀਤੀ। ਮੈਨੂੰ ਫਰਾਂਸੋਇਸ ਦਾ ਜਵਾਬ ਸੁਣ ਹੈਰਾਨੀ ਵੀ ਹੋਈ ਅਤੇ ਖੁਸ਼ੀ ਵੀ। ਉਹਨੇ ਕਿਹਾ, ਮੈਂ ਹਾਲੈਂਡ ਦੀ ਜੰਪਲ ਹਾਂ, ਪਰ ਰਹਿੰਦੀ ਸਵਿਟਜ਼ਰਲੈਂਡ ਜਨੇਵਾ ਵਿੱਚ ਹਾਂ। ਮੈਂ ਅੰਗਰੇਜ਼ੀ ਤੋਂ ਬਿਨਾਂ ਡੱਚ, ਫ੍ਰੈਂਚ ਅਤੇ ਸਵਿਸ ਵੀ ਬੋਲ ਲੈਂਦੀ ਹਾਂ। ਮੇਰੇ ਘਰਦਿਆਂ ਵੀ ਮੈਨੂੰ ਖਾਸਾ ਦੁਖੀ ਕੀਤਾ ਸੀ ਅਤੇ ਮੈਂ ਘਰੋਂ ਦੌੜ ਗਈ ਅਤੇ ਜਾ ਕੇ ਸਵਿਟਜ਼ਰਲੈਂਡ ਰਹਿਣ ਲੱਗ ਪਈ। ਹੁਣ ਮੇਰਾ ਤਲਾਕ ਹੋਇਆ ਹੈ, ਬੱਚਾ ਮੇਰੇ ਕੋਈ ਨਹੀਂ ਅਤੇ ਨਾ ਹੀ ਮੈਂ ਬੱਚਾ ਚਾਹੁੰਦੀ ਹਾਂ। ਵੈਸੇ ਹੀ ਮੈਂ ਹੁਣ 50 ਨੂੰ ਢੁਕਣ ਵਾਲੀ ਹਾਂ, ਭਾਵੇਂ ਦੇਖਣ ਨੂੰ ਨਾ ਲੱਗਦੀ ਹੋਵਾਂ। ਮੈਂ ਤਾਂ ਇੱਕ ਸਬਕ ਸਿੱਖਿਆ ਹੈ ਕਿ ਮੇਰੇ ਘਰ ਦੇ ਹੁਣ ਮੈਨੂੰ ਆਪਣੇ ਬਸ ਕੰਟਰੋਲ ਵਿੱਚ ਨਹੀਂ ਰੱਖ ਸਕਦੇ। ਬਾਗਾਂ ਮੇਰੇ ਹੱਥ ਵਿੱਚ ਹਨ। ਮੈਂ ਉਹਨਾਂ ਨੂੰ ਕਦੇ ਕਦੇ ਮਿਲਣ ਜਾਂਦੀ ਹਾਂ, ਪਰ ਉਹ ਹੁਣ ਮੈਨੂੰ ਵਰਤ ਨਹੀਂ ਸਕਦੇ। ਮੈਨੂੰ ਆਪਣੇ ਮਨ ਦੀ ਖੁਸ਼ੀ ਕਿਸੇ ਹੋਰ ਨਾਲੋਂ ਪਹਿਲਾਂ ਹੈ। ਮੈਨੂੰ ਸਡੌਲ ਸਰੀਰ ਵਾਲੀ ਫਰਾਂਸੋਇਸ ਹੁਣ ਚੰਗੀ ਲੱਗਣੀ ਸ਼ੁਰੂ ਹੋ ਗਈ। ਉਹ ਕਾਨਫਰੰਸ ਵਿੱਚ ਦੁਭਾਸ਼ੀਆ ਤਾਂ ਇੱਕ ਪਾਸੇ ਚੁਭਾਸ਼ੀਆ ਦਾ ਕੰਮ ਵੀ ਕਰਦੀ ਸੀ। ਗਰੁੱਪ ਨਾਲ ਫਰਾਂਸੋਇਸ ਦੀ ਗੱਲਬਾਤ ਸਾਂਝੀ ਕਰਨ 'ਤੇ ਕੁਝ ਹਿਲਜੁਲ ਹੋਈ ਅਤੇ ਅਖੀਰ ਵਿੱਚ ਤੋੜਾ ਇਸ ਗੱਲ 'ਤੇ ਟੁੱਟਾ ਕਿ ਫਰਾਂਸੋਇਸ ਵਾਲਾ ਇਲਾਜ ਵਧੀਆ ਹੈ।
शाम ਨੂੰ 8 ਤੋਂ 10 ਵਜੇ ਤੱਕ ਵੱਖਰੀਆਂ ਵੱਖਰੀਆਂ ਵਰਕਸ਼ਾਪ ਦਾ ਪ੍ਰਬੰਧ ਮੇਲੇ ਵਿੱਚ ਸ਼ਾਮਲ ਲੋਕਾਂ ਕੀਤਾ ਹੋਇਆ ਸੀ। ਘੱਟ ਗਿਣਤੀ ਲੋਕਾਂ ਚਾਹੇ ਉਹ ਕਾਲੇ, ਔਰਤਾਂ ਅਤੇ ਅਪਾਹਜਾਦ ਹੋਣ ਦੇ ਬਾਰੇ ਮੈਂ ਇੱਕ ਵਰਕਸ਼ਾਪ ਦਾ ਪ੍ਰਬੰਧ ਕੀਤਾ। ਮੈਂ 2 ਫਿਲਮਾਂ ਏ ਟੇਲ ਆਫ ਓ ਅਤੇ ਕ੍ਰੋਸ ਕਲਚਰਲ ਕਮਿਊਨੀਕੇਸ਼ਨ ਲੈ ਕੇ ਗਿਆ ਸੀ। ਫਿਲਮਾਂ ਜੋ ਕਿ 20-25 ਮਿੰਟ ਤੋਂ ਜ਼ਿਆਦਾ ਨਹੀਂ ਸਨ ਨੇ ਗਰੁੱਪ ਦੇ 15 ਲੋਕਾਂ ਦੇ ਦਿਮਾਗਾਂ ਨੂੰ ਹਲੂਣਾ ਦੇ ਦਿੱਤਾ ਕਿ ਘੱਟ ਗਿਣਤੀ ਲੋਕਾਂ ਨਾਲ ਵੱਧ ਗਿਣਤੀ ਲੋਕ ਕਿਵੇਂ ਧੱਕਾ ਕਰਦੇ ਹਨ ਅਤੇ ਜਿਹੜੇ ਲੋਕਾਂ ਦੀ ਅੰਗਰੇਜ਼ੀ ਪਹਿਲੀ ਭਾਸ਼ਾ ਨਹੀਂ ਹੈ ਉਹ ਜਦ ਅੰਗਰੇਜ਼ੀ ਬੋਲਦੇ ਹਨ ਤਾਂ ਵੱਖਰੇ ਵੱਖਰੇ ਸ਼ਬਦਾਂ ਉੱਪਰ ਵੱਧ ਘੱਟ ਦਬਾਅ ਪਾਉਣ ਨਾਲ ਉਹਨਾਂ ਨੂੰ ਕਿਵੇਂ ਮਾਰ ਖੁੰਡੇ ਸਮਝ ਲਿਆ ਜਾਂਦਾ ਹੈ। ਗਰੁੱਪ ਦੀ ਬਹਿਸ ਨੇ ਨਸਲਵਾਦ ਵੱਲ ਮੋੜਾ ਪਾ ਦਿੱਤਾ ਅਤੇ ਮੈਂ ਬੋਲਣਾ ਸ਼ੁਰੂ ਕਰ ਦਿੱਤਾ। ਨਸਲਵਾਦ ਗੈਰ ਕੁਦਰਤੀ ਹੈ ਅਤੇ ਲੋਕਾਂ ਆਪਣੇ ਜਾਤੀ ਮਫਾਦ ਨੂੰ ਪੱਠੇ ਪਾਉਣ ਲਈ ਇਹਦੀ ਕਾਢ ਕੱਢੀ ਹੈ। ਇਹਦਾ ਇਲਾਜ ਬੱਗੇ ਅਤੇ ਕਾਲੇ ਲੋਕ, ਕਾਲਿਆਂ ਤੋਂ ਮੇਰਾ ਇੱਥੇ ਭਾਵ ਅਫਰੀਕਨ, ਕੈਰੀਬੀਅਨ, ਇੰਡੀਅਨ, ਸਬ ਕੰਟੀਨੈਂਟ ਅਤੇ ਗੈਰ ਯੂਰਪੀਅਨ ਲੋਕ ਹੈ। ਬੱਗੇ ਲੋਕ ਅਤੇ ਕਾਲੇ ਲੋਕ ਇੱਕ ਸਿਆਸੀ ਸ਼ਬਦਾਵਲੀ ਹੈ, ਮਿਲ ਕੇ ਕਰ ਸਕਦੇ ਹਨ। ਮਗਰ ਇਹ ਗੱਲ ਦਿਮਾਗ ਵਿੱਚ ਬਿਲਕੁਲ ਸਪਸ਼ਟ ਹੋਵੇ ਕਿ ਨਸਲਵਾਦ ਦੀ ਬਰਤਾਨੀਆ ਵਿੱਚ ਸਮੱਸਿਆ ਬੱਗੇ ਲੋਕਾਂ ਦੀ ਹੈ, ਕਾਲੇ ਲੋਕਾਂ ਦੀ ਨਹੀਂ। ਅੱਜ ਦਾ ਪੱਛਮੀ ਸੰਸਾਰ ਨਸਲਵਾਦ, ਬਸਤੀਵਾਦ ਅਤੇ ਸਰਮਾਏਦਾਰ ਢਾਂਚੇ ਦੀ ਮਿਲਵੀਂ ਉਪਜ ਹੈ। ਬਰਤਾਨੀਆ ਵਿੱਚ ਬਸਤੀਵਾਦ ਤੋਂ ਪਹਿਲਾਂ ਨਸਲਵਾਦ ਦੇ 2 ਮੁੱਖ ਕਾਰਨ ਹਨ। ਨੰਬਰ 1 ਨਸਲੀ ਨਫ਼ਰਤ, ਨੰਬਰ 2 ਸ਼ਬਦ ਕਾਲਾ ਦੀ ਭੈੜੀਆਂ ਬੁਰੀਆਂ ਗੱਲਾਂ ਨਾਲ ਸਮਝ ਪਾਉਣੀ ਜਾਂ ਮੇਲ ਕਰਨਾ। ਕਾਲੇ ਐਕਟਰ ਓਸੀ ਡੇਵਿਸ ਦਾ ਕਹਿਣਾ ਹੈ, ਅੰਗਰੇਜ਼ੀ ਜ਼ੁਬਾਨ ਮੇਰੀ ਦੁਸ਼ਮਣ ਹੈ। ਇਹ ਇੱਕ ਕਾਲੇ ਬੱਚੇ ਨੂੰ ਆਪਣੇ ਆਪ ਨੂੰ ਨਫ਼ਰਤ ਕਰਨ ਦੇ 60 ਤਰੀਕੇ ਸਿਖਾਉਂਦੀ ਹੈ ਅਤੇ ਇੱਕ ਬੱਗੇ ਬੱਚੇ ਨੂੰ ਨਸਲੀ ਨਫ਼ਰਤ ਕਰਨ ਦੇ ਜੁਰਮ ਵਿੱਚ 60 ਤਰੀਕੇ ਰਾਹੀਂ ਮਦਦ ਕਰਦੀ ਹੈ ਅਤੇ ਹੱਲਾਸ਼ੇਰੀ ਦਿੰਦੀ ਹੈ। ਜੋ ਵੀ ਸ਼ਬਦ ਗੋਰੇ ਜਾਂ ਚਿੱਟੇ ਨਾਲ ਹੋ ਜੋੜੇ ਜਾਂਦੇ ਹਨ, ਜਿਵੇਂ ਵਾਈਟ ਲਾਈ ਅਤੇ ਵਾਈਟ ਵਾਸ਼ ਆਦਿ, ਭਾਵੇਂ ਨਾ ਪੱਖੀ ਹਨ ਪਰ ਫਿਰ ਵੀ ਇਹ ਸਮਝਿਆ ਜਾਂਦਾ ਹੈ ਕਿ ਇਹ ਜੋੜ ਨੁਕਸਾਨ ਰਹਿਤ ਹੈ ਅਤੇ ਇਸ ਗੱਲ ਨੂੰ ਦਰਸਾਉਂਦਾ ਹੈ ਕਿ ਮਸਲੇ ਨੂੰ ਸੁਧਾਰਿਆ ਜਾ ਸਕਦਾ ਹੈ। ਹੋਰ ਜਿਵੇਂ ਵਾਈਟ ਫੈਦਰ ਅਤੇ ਵਾਈਟ ਲਿਵਰਡ ਭਾਵੇਂ ਨਾ ਪੱਖੀ ਤਾਂ ਹਨ ਪਰ ਇਹਨਾਂ ਤੋਂ ਭੈੜ ਦੀ ਬੂ ਨਹੀਂ ਆਉਂਦੀ, ਸਗੋਂ ਕਮਜ਼ੋਰੀ ਜਾਂ ਬੁਜ਼ਦਿਲੀ ਜ਼ਾਹਰ ਹੁੰਦੀ ਹੈ। ਇੱਥੋਂ ਤੱਕ ਕਿ ਘਾਟੇ ਵਿੱਚ ਜਾਰੀ ਰਕਮ ਨੂੰ ਇਨ ਦਾ ਰੈੱਡ ਕਿਹਾ ਜਾਂਦਾ ਹੈ, ਨਾ ਕਿ ਇਨ ਦਾ ਵਾਈਟ। ਇਨ ਦਾ ਵਾਈਟ ਜਦੋਂ ਕਿ ਇਨ ਦਾ ਰੈੱਡ ਦਾ ਦੂਜਾ ਪਾਸਾ ਦਿਖਾਉਣ ਲਈ ਇਨ ਦਾ ਬਲੈਕ ਸ਼ਬਦਾਵਲੀ ਨੂੰ ਵਰਤਿਆ ਜਾਂਦਾ ਹੈ। ਰੋਜ਼ਟ ਥੀਸੋਰਸ ਕਿਤਾਬ ਵਿੱਚ ਸ਼ਬਦ ਵਾਈਟਨੈਸ ਦੇ 134 ਸਮਾਨਾਰਥਕਤਾ ਵਾਲੇ ਸ਼ਬਦ ਹਨ, ਜਿਨ੍ਹਾਂ ਵਿੱਚੋਂ ਸਿਰਫ 10 ਸ਼ਬਦ ਐਸੇ ਹਨ ਜੋ ਨਾ ਪੱਖੀ ਕਹੇ ਜਾ ਸਕਦੇ ਹਨ, ਜਿਵੇਂ ਵਾਈਟ ਲਾਈ। ਦੂਜੇ ਪਾਸੇ ਬਲੈਕਨੈਸ ਦੇ 120 ਸਮਾਨਾਰਥਕ ਸਿਨੋਨਿਮਸ ਵਾਲੇ ਸ਼ਬਦ ਹਨ, ਜਿਨ੍ਹਾਂ ਵਿੱਚੋਂ 60 ਸ਼ਬਦ ਨਾ ਪੱਖੀ ਹਨ। 120 ਸਮਾਨਾਰਥਕਤਾ ਵਾਲੇ ਐਸੇ ਸ਼ਬਦ ਹਨ ਜੋ ਸਿੱਧੇ ਨਸਲ ਨਾਲ ਸੰਬੰਧਿਤ ਹਨ, ਜਿਵੇਂ ਡਾਰਕੀ, ਨਿਗਰ, ਨਿਗਰਸ ਅਤੇ ਬਲੈਕਮੂਰ ਆਦਿ। ਮੇਰੇ ਇਸ ਵਿਖਿਆਨ ਨੇ ਬੈਠੀ ਸੰਗਤ ਦੇ ਦੰਦ ਜੋੜ ਦਿੱਤੇ। ਇਹ ਤਾਂ ਸੀ ਜੀ ਮੇਰਾ ਛੋਟਾ ਜਿਹਾ ਇਹ ਲੇਖ ਜਿਹੜਾ ਮੈਂ ਤੁਹਾਡੇ ਨਾਲ ਹੁਣ ਸਾਂਝਾ ਕੀਤਾ, ਅਤੇ ਹੁਣ ਇਸ ਤੋਂ ਬਾਅਦ ਮੈਂ ਤੁਹਾਡੇ ਟੈਲੀਫੋਨ ਕਾਲਸ ਦੀ ਵੇਟ ਕਰ ਰਿਹਾ ਤਾਂ ਕਿ ਆਪਾਂ ਜਿਹੜੇ ਮੈਂ ਮਸਲੇ ਜਾਂ ਨੁਕਤੇ ਜਿਹੜੇ ਇਸ ਛੋਟੇ ਜਿਹੇ ਲੇਖ ਵਿੱਚ ਉਠਾਏ ਆ ਉਹਨਾਂ ਬਾਰੇ ਗੱਲ ਕਰ ਸਕੀਏ, ਜਾਂ ਕਿ ਜਿਹੜੇ ਨਾਲ ਸੰਬੰਧਿਤ ਹੈਗੇ ਜਿਨ੍ਹਾਂ ਨੁਕਤੇ ਬਾਰੇ ਸ਼ਾਇਦ ਮੈਂ ਗੱਲ ਨਹੀਂ ਕੀਤੀ ਉਹਨਾਂ ਬਾਰੇ ਜਿਹੜੀ ਹੈ ਆਪਾਂ ਗੱਲਬਾਤ ਕਰ ਸਕੀਏ। ਅਤੇ ਜਿਸ ਤਰ੍ਹਾਂ ਮੈਂ ਦੱਸਿਆ ਸੀ ਸਾਡਾ ਟੈਲੀਫੋਨ ਨੰਬਰ ਜਿਹੜਾ ਹੈਗਾ ਉਹ 0300 770 2246 ਅਤੇ ਮੈਂ ਤੁਹਾਡਾ ਟੈਲੀਫੋਨ ਕਾਲਸ ਦੀ ਵੇਟ ਕਰ ਰਿਹਾ ਤਾਂ ਕਿ ਅਸੀਂ ਇੱਕ ਸੰਵਾਦ ਅਤੇ ਇੱਕ ਡਿਸਕੋਰਸ ਜਿਹਨੂੰ ਅੰਗਰੇਜ਼ੀ ਵਿੱਚ ਕਹਿੰਦੇ ਹੈਗੇ ਉਹ ਰਚਾ ਸਕੀਏ। ਕਿਉਂਕਿ ਜਿਹੜੀ ਗੱਲ ਡਿਸਕ੍ਰਿਮੀਨੇਸ਼ਨ ਦੀ ਹੈ, ਅਸੀਂ ਕਈ ਤਰ੍ਹਾਂ ਦੀ ਡਿਸਕ੍ਰਿਮੀਨੇਸ਼ਨ ਕਈ ਲੋਕਾਂ ਨਾਲ ਕਰਦੇ ਹਾਂ, ਜੋ ਜਾਣੀ ਕਿ ਮੈਨੂੰ ਸਮਝ ਲੱਗੀ ਹੈ ਜਿਹੜੇ ਲੋਕ ਵੀ ਘੱਟ ਗਿਣਤੀ ਵਿੱਚ ਹਨ, ਜਿਹੜੀ ਮੈਜੋਰਟੀ ਹੈ, ਜਿਹੜੇ ਵੱਧ ਗਿਣਤੀ ਵਿੱਚ ਲੋਕ ਹੈਗੇ ਆ, ਉਹ ਉਹਨਾਂ ਨਾਲ ਪੱਖਪਾਤ ਕਰਦੇ ਹੈ, ਉਹਨਾਂ ਨਾਲ ਵਿਤਕਰਾ ਕਰਦੇ ਆ। ਅਤੇ ਉਹਦੇ ਬਾਰੇ ਆਪਾਂ ਗੱਲ ਕਰਦੇ ਹਾਂ। ਜਿਹੜਾ ਵਿਤਕਰਾ ਹੈਗਾ, ਚਾਹੇ ਉਹ ਗੱਲ ਜਾਤ ਪਾਤ ਤੋਂ ਆਪਾਂ ਸ਼ੁਰੂ ਕਰ ਲਈਏ, ਜਾਂ ਜਿਹੜਾ ਹੈਗਾ ਰੰਗ ਤੋਂ ਸ਼ੁਰੂ ਕਰ ਲਈਏ, ਜਾਂ ਜਿਹੜਾ ਡਿਸੇਬਿਲਟੀ ਤੋਂ ਸ਼ੁਰੂ ਕਰ ਲਈਏ, ਜਾਂ ਅਸੀਂ ਈਵਨ ਜੈਂਡਰ ਤੋਂ ਵੀ ਗੱਲ ਸ਼ੁਰੂ ਕਰ ਲਈਏ। ਜਿਸ ਤਰ੍ਹਾਂ ਔਰਤਾਂ ਹੈਗੀਆਂ ਵੀ ਉਹਨਾਂ ਨਾਲ ਵੀ ਪੱਖਪਾਤ ਅਸੀਂ ਕਿਉਂ ਕਰਦੇ ਹੈਗੇ, ਜਾਂ ਹੋਰ ਬਹੁਤ ਸਾਰੇ ਜਿਹੜੀ ਮੈਂ ਗੱਲਾਂ ਕੀਤੀਆਂ, ਸੈਕਸ ਓਰੀਐਂਟੇਸ਼ਨ ਦੀ ਗੱਲ ਹੈਗੀ ਆ, ਉਹਨਾਂ ਲੋਕਾਂ ਨਾਲ ਵੀ ਅਸੀਂ ਪੱਖਪਾਤ ਕਰਦੇ ਹਾਂ, ਉਹਨਾਂ ਨਾਲ ਵੀ ਅਸੀਂ ਡਿਸਕ੍ਰਿਮੀਨੇਸ਼ਨ ਕਰਦੇ ਹਾਂ। ਹੈਲੋ ਜੀ, ਕੌਣ ਤੇ ਜੀ, ਕਿੱਥੋਂ ਬੋਲਦੇ? ਵੈਲਕਮ ਹੈ ਜੀ। ਹੈਲੋ, ਕੌਣ ਤੇ ਜੀ, ਕਿੱਥੋਂ ਬੋਲਦੇ? ਵੈਲਕਮ ਹੈ ਜੀ। ਹੈਲੋ, ਹਾਂ ਜੀ, ਹੈਲੋ ਜੀ, ਵੈਲਕਮ ਜੀ। ਕੀ ਕਹਿਣਾ ਚਾਹੋਗੇ? ਹੈਲੋ, ਮੈਂ ਮੁਹੰਮਦ ਬੋਲ ਰਿਹਾ ਸਰ। ਮੁਹੰਮਦ ਸਾਹਿਬ, ਕੀ ਕਹਿਣਾ ਚਾਹੋਗੇ? ਕੰਟਰੋਵਰਸ਼ੀਅਲ ਟਾਪਿਕ ਹੈ। ਜਿਸ ਤਰ੍ਹਾਂ ਪਿਛਲੀ ਦਫਾ ਤੁਸੀਂ ਰੇਸ਼ੀਅਲ ਡਿਸਕ੍ਰਿਮੀਨੇਸ਼ਨ ਦੀ ਗੱਲ ਕਰ ਰਹੇ ਸੋ, ਹਾਂਜੀ, ਇਹਨਾਂ ਲੋਕਾਂ ਨਾਲ ਜਿਹੜੇ ਟਰਾਂਸਵੈਸਟਾਈਟ ਨੇ ਜਾਂ ਜੈਂਡਰ ਆਇਡੈਂਟੀਟੀ ਉਹਨਾਂ ਦੀ ਨਹੀਂ ਹੁੰਦੀ, ਨਾ ਉਹ ਮੇਲ ਸ਼ੁਮਾਰ ਹੁੰਦੇ ਨਾ ਫੀਮੇਲ 'ਚ,
तो उन्होंने बड़ी डिस्क्रिमिनेशन होती है स्पोर्ट्स हर जगह मुलाजमत एवरीवेयर तो आई डोंट नो इफ दे गेट मैरिड और नॉट लेकिन एवे कि जेंडर आइडेंटिटी भी बड़ी प्रॉब्लम होती है ना लोगों च वैसे इट कैन बी हेरिडिटरी भी हो सकती है इट कैन बी हेरिडिटरी या माल फंक्शन ऑफ सैक्शुअल ऑर्गनस भी हो सकता है ते बड़ा मतलब जिस तरह तुसी पीछे टॉपिक च कह रहे सो कि डिस्क्रिमिनेशन कैन बी इन डिफरेंट फॉर्म्स हर किस्म के मतलब कोई कालियां नूं गोरियां नूं रिलीजियस डिस्क्रिमिनेशन होर कई जात पात ये मतलब डिस्क्रिमिनेशन ते इसका ना वाइट टॉपिक है कि मतलब वो काफ़ी मतलब डिटेल्ड डिस्कशन हो सकती है तो आई थिंक दिस पीपल शुड बी एक्सेप्टेड इन द सोसाइटी इन्होंने हिजड़े या जो भी कहने असी लेकिन एवे कि दे शुड बी एक्सेप्टेड इन द सोसाइटी एज ह्यूमन बीइंग्स और इन्होंने ह्यूमन बीइंग्स तरह ट्रीट किया जाए एंड सिर्फ जेंडर आइडेंटिटी की वजह नाल डिस्क्रिमिनेशन ना की जाए थैंक यू जी ये तो सी जी मोहम्मद साहब जिन्होंने अपने विचार सानू साझे किए तुसी भी सानू टैलीफोन कॉल करके अपने विचार इस मसले बारे साझे कर सकते हैं कि जां जिहड़े मैं होर नुकते इस लेख दे विच उठाए हैगे उन्हां बारे तुसी गल कर सकते हैं क्योंकि जिस तरह अपने हिजड़े हुंदे हैगे आ जिहड़े औरतां दे कपड़े पा के नाच गाना भी करते है तो लोगों के घर में जो किसी दे कोई बच्चा हो जाता है उत्थे मंगण भी जाते हैं तो उन्होंने औरतों वाला सारा मेकअप भी किया होंदा है तो बहुत सारे केसेस इस मुल्क में भी है जिन्हों की परसेंटेज हेलो जी कौन तो जी कितने बोलते हैं वेलकम है जी चलो जी मैं धर्मचंद मेहर बोलदा साहब जी हाँ जी मेहर साहब की कहना चाहोगे इस मसले ते बहुत वधिया तुसीं जिहड़े नुकते उठाए आ असीं जिहड़े भारती सब कॉन्टीनेंट के लोग हाँ असीं जिन्नियां मर्जी अपने आप नूं सुधारन दीयां गल्लां कर लईए लेकिन असीं जिहड़े नॉर्मल लोग आ जिहड़े साडे वांगरे लोग आ असीं नफरत नाल भरे पे सानूं सिर्फ बहाना चाहिदा किसी नफरत करनी बिल्कुल बिल्कुल जरूरी नहीं कि बंदा अब नॉर्मल होवे तां असीं नफरत करनी है जे किते पजामा मर जा उच्चा रह गया तां असीं उस बंदे दा नां होर तरह पा दिंदे आ जे साडे अपने 4 बच्चे आ एक बच्चा बाकियां नालों थोड़ा जिहा डिफरेंट लगदा तां असीं ओहनूं नफरत करन लग पैंदे बाकियां दी गल छड्डो लेकिन ਇਹਦੇ ਬਾਰੇ ਕੀਤਾ ਕੀ ਜਾਣਾ ਚਾਹੀਦਾ ਹਰ ਇੱਕ ਬੰਦੇ ਨੂੰ ਆਪਣੀ ਜ਼ਿੰਦਗੀ ਜੀਣ ਦਾ ਹੱਕ ਹੈ ਜੇ ਕਿਸੇ ਦਾ ਟ੍ਰੇਨਰਸ ਪਾ ਕੇ ਮਨ ਖੁਸ਼ ਹੁੰਦਾ ਉਹ ਕਿਉਂ ਨਹੀਂ ਪਾ ਸਕਦਾ ਜੇ ਕਿਸੇ ਦਾ ਪਜਾਮਾ ਪਾ ਕੇ ਮਨ ਖੁਸ਼ ਹੁੰਦਾ ਕਿਉਂ ਨਹੀਂ ਪਾ ਸਕਦਾ ਲੇਕਿਨ ਅਸੀਂ ਇਹ ਬਰਦਾਸ਼ਤ ਨਹੀਂ ਕਰਦੇ ਅਸੀਂ ਜਿਹੜੇ ਕਿਉਂਕਿ ਜੇ ਅਸੀਂ ਗੋਰੇ ਅਸੀਂ ਇੱਥੇ ਆ ਕੇ ਗੋਰਿਆਂ ਨੂੰ ਕਹਿੰਦੇ ਆ ਵੀ ਗੋਰੇ ਸਾਨੂੰ ਨਫ਼ਰਤ ਕਰਦੇ ਆ ਜਾਂ ਅਸੀਂ ਕਹਿੰਦੇ ਸਾਨੂੰ ਕੰਮ ਤੇ ਕਿਸੇ ਨੇ ਸਾਡਾ ਆ ਨਾਂ ਲੈ ਕੇ ਸਾਨੂੰ ਨਫ਼ਰਤ ਕੀਤੀ ਗਈ ਲੇਕਿਨ ਅਸੀਂ ਆਪ ਆਪਣੇ ਆਪ ਵਿੱਚ ਇੱਥੇ ਚਲੋ ਇੰਡੀਆ ਵਿੱਚ ਆਪਾਂ ਇਹ ਕਹਿ ਸਕਦੇ ਹਾਂ ਕਿ ਉਹਨਾਂ ਨੂੰ ਹੋਰ ਦੁਨੀਆ ਦਾ ਪਤਾ ਨਹੀਂ ਲੇਕਿਨ ਅਸੀਂ ਭਾਰਤ ਤੋਂ ਬਾਹਰ ਵਸ ਕੇ ਅਸੀਂ ਦੂਜੇ ਲੋਕਾਂ ਦੇ ਨਾਲ ਜੀ ਹਜ਼ੂਰੀ ਕਰਕੇ ਤਾਂ ਟਾਈਮ ਪਾਸ ਕਰ ਲੇਕਿਨ ਆਪਣੇ ਜਿਹੜੇ ਭਾਈਚਾਰਾ ਆਪਣਾ ਹੈਗਾ ਉਹਦੇ ਵਿੱਚ ਅਸੀਂ ਤਬਦੀਲੀ ਨਹੀਂ ਕਰ ਸਕੇ ਇਹ ਸਾਡੀ ਇੱਕ ਹੁੱਲੜਬਾਜ਼ੀ ਕਹਿ ਸਕਦੇ ਹਾਂ ਅਸੀਂ ਦੂਜਿਆਂ ਨੂੰ ਕਰੇ ਨਫ਼ਰਤ ਕਰਦੇ ਅਸੀਂ ਝੱਟ ਦੂਜੇ ਮੁਲਕ ਦਾ ਨਾਂ ਲੈ ਕੇ ਕਹਿੰਦੇ ਨਹੀਂ ਉਹ ਫਲਾਣੇ ਮੁਲਕ ਵਿੱਚ ਆ ਹੋ ਰਿਹਾ ਲੇਕਿਨ ਅਸੀਂ ਆਪਣੇ ਮੁਲਕ ਵਿੱਚ ਆਪਣੇ ਧਰਮ ਦੇ ਲੋਕਾਂ ਨੂੰ ਆਪਣੇ ਰੰਗ ਦੇ ਲੋਕਾਂ ਨੂੰ ਆਪਣੇ ਸਮਾਜ ਦੇ ਲੋਕਾਂ ਨੂੰ ਆਪਣੀ ਜ਼ਾਤ ਦੇ ਲੋਕਾਂ ਨੂੰ ਜੋ ਨਫ਼ਰਤ ਕਰਨੇ ਕਿਸੇ ਇਸ ਗੱਲ ਤੇ ਨਫ਼ਰਤ ਕਰਨ ਲੱਗ ਪਣਾ ਫਲਾਣੇ ਬੰਦੇ ਕੱਪੜਾ ਪਾਉਣ ਦਾ ਨਹੀਂ ਪਤਾ ਜਾਂ ਫਲਾਣੇ ਬੰਦੇ ਨੂੰ ਜੇ ਕੋਈ ਸਿੰਘ ਆ ਤੈਨੂੰ ਪੱਗ ਬੰਨ੍ਹਣ ਦਾ ਨਹੀਂ ਪਤਾ ਅਸੀਂ ਜਾਨੀ ਕੋਈ ਨਾ ਕੋਈ ਜਿਹੜੀ ਚੀਜ਼ ਹੈਗੀ ਆ ਉਹਨੂੰ ਅਸੀਂ ਲੈ ਕੇ ਅਸੀਂ ਨਫ਼ਰਤ ਅਸੀਂ ਭਰੇ ਪਏ ਨਫ਼ਰਤ ਦੇ ਬਿਲਕੁਲ ਬਿਲਕੁਲ ਜਿੰਨੀ ਨਫ਼ਰਤ ਪੰਜਾਬੀਆਂ ਜਾਂ ਭਾਰਤੀਆਂ ਵਿੱਚ ਇੰਨੀ ਸ਼ਾਇਦ ਕਿਤੇ ਹੋਰ ਨੇਸ਼ਨ ਵਿੱਚ ਨਹੀਂ ਹੋਣੀ ਜੇ ਉਹ ਕਿਸੇ ਦੀ ਨਫ਼ਰਤ ਕਰਦੇ ਹੋਣਗੇ ਉਹਨਾਂ ਕੋਈ ਨਾ ਕੋਈ ਰੀਜ਼ਨ ਹੋਊਗਾ ਕਰਨੀ ਫਿਰ ਵੀ ਨਹੀਂ ਚਾਹੀਦੀ ਅਗਰ ਮੈਨੂੰ ਪੁੱਠਾ ਕੋਟ ਪਾ ਕੇ ਮੈਨੂੰ ਖੁਸ਼ੀ ਪ੍ਰਾਪਤ ਹੁੰਦੀ ਆ ਤਾਂ ਮੈਨੂੰ ਪੂਰਾ ਹੱਕ ਹੈ ਕਿ ਮੈਂ ਖੁਸ਼ ਰਹਿ ਸਕਾਂ ਖੁਸ਼ੀ ਨੂੰ ਝੱਲ ਸਕਾਂ ਜਾਂ ਕੋਈ ਖੁਸ਼ੀ ਮੈਂ ਪ੍ਰਾਪਤ ਕਰ ਸਕਾਂ ਲੇਕਿਨ ਅਸੀਂ ਅਲਾਓ ਨਹੀਂ ਕਰਦੇ ਅਸੀਂ ਉਹ ਤੱਕ ਮਖੌਲ ਜਿਹਾ ਬਣਾ ਕੇ ਰੱਖ ਦਿੰਦੇ ਹਾਂ ਪਿਛਲੇ ਹਫ਼ਤੇ ਤੁਹਾਡਾ ਜਿਹੜਾ ਸੀਗਾ ਮਸਲਾ ਬਹੁਤ ਵਧੀਆ ਸੀਗਾ ਉਦੋਂ ਵੀ ਮੈਂ ਗੱਲ ਕਰਨੀ ਚਾਹੀ ਲੇਕਿਨ ਬਹੁਤ ਸਾਰੇ ਕਾਲਰ ਸੀਗੇ ਮੈਂ ਨਹੀਂ ਕਰ ਸਕਿਆ ਉਹ ਵੀ ਇਸੇ ਗੱਲ ਨਾਲ ਸੀਗਾ ਵੀ ਅਸੀਂ ਦੂਜਿਆਂ ਨੂੰ ਕਹਿੰਦੇ ਆ ਕਿ ਵੀ ਦੇਖੋ ਕੋਈ ਬੰਦਾ ਅਬ ਨੋਰਮਲ ਹੈਗਾ ਆ ਜਾਂ ਹੋਮੋਸੈਕਸੁਅਲ ਗੱਲ ਕਰ ਲਓ ਚਾਹੇ ਲੈਸਬੀਅਨ ਦੀ ਗੱਲ ਕਰ ਲਓ ਇਹ ਮਤਲਬ ਅੱਜ ਕੱਲ੍ਹ ਅਸੀਂ ਤਾਂ ਨਫ਼ਰਤ ਵੈਸੇ ਹੀ ਕਰੀ ਜਾਂਦੇ ਹਾਂ
ਅਸੀਂ ਆਪਣੇ ਆਪ ਨੂੰ ਮੌਕਾ ਨਹੀਂ ਦੇ ਰਹੇ। ਅਸੀਂ ਇਹ ਕਹਿ ਸਕਿਆ ਵੀ ਫਲਾਨਾ ਬੰਦਾ ਮੈਨੂੰ ਡਿਫਰੈਂਟ ਤਾਂ ਨਫ਼ਰਤ ਕਰਦਾ ਇਹ ਮੌਕਾ। ਅਸੀਂ ਵੈਸੇ ਹੀ ਜੰਮੇ ਨਫ਼ਰਤ 'ਚ ਅਸੀਂ ਸਾਨੂੰ ਚਾਹੀਦਾ ਕਿ ਘੱਟ ਤੋਂ ਘੱਟ ਜਿਹੜੇ ਆਪਾਂ ਭਾਰਤੀ ਸਬ ਕੰਟੀਨੈਂਟ ਦੇ ਲੋਕ ਇੱਥੇ ਆ ਕੇ ਵਸੇ ਆ ਜਾਂ ਅਮਰੀਕਾ 'ਚ ਵਸੇ ਆ ਜਾਂ ਕੈਨੇਡਾ 'ਚ ਵਸੇ, ਜਿਹੜੇ ਭਾਰਤ ਤੋਂ ਬਾਹਰ ਆ ਜਿਹੜੇ ਵਸੇ ਆ, ਉਹਨਾਂ ਨੂੰ ਬਾਕੀ ਸਮਾਜ ਤੋਂ ਬਹੁਤ ਵੱਡਾ ਲੈਸਨ ਬਹੁਤ ਸਿੱਖਣਾ ਚਾਹੀਦਾ ਤਾਂ ਕਿ ਅਸੀਂ ਆਪਣੇ ਭਾਈਚਾਰੇ ਦੇ ਵਿੱਚ ਇੱਕ ਸਪੈਸ਼ਲ ਭਾਈਚਾਰਾ ਪੈਦਾ ਕਰ ਸਕੀਏ ਜਿਹੜਾ ਮੁਹੱਬਤ ਵਾਲਾ ਹੋਵੇ, ਸਤਿਕਾਰ ਵਾਲਾ ਹੋਵੇ, ਮੇਲ ਮਿਲਾਪ ਵਾਲਾ ਹੋਵੇ, ਜਾਤ ਰਹਿਤ ਹੋਵੇ, ਧਰਮ ਰਹਿਤ ਹੋਵੇ, ਤਾਂ ਕਿ ਅਸੀਂ ਸਾਰੇ ਹੀ ਬਰਾਬਰ ਦਾ ਮਾਨਣਾ ਕਹਿ ਸੀ ਕਿ ਬਲੋਚਾ ਮੇਰਾ ਭਰਾ ਆ ਜਾਂ ਧਰਮਚੰਦ ਮੇਰਾ ਭਰਾ ਆ, ਜਾਂ ਕਿਸੇ ਨੂੰ ਆਪਾਂ ਕਹਿ ਕੇ ਅਸੀਂ ਕਿਸੇ ਨੂੰ ਸੰਬੋਧਨ ਕਰਦੇ ਅਸੀਂ ਝੱਟ ਕਹਿੰਦੇ ਫਲਾਨਾ ਬੰਦਾ ਜਿਹੜਾ ਫਲਾਨਾ ਆ, ਤਾਂ ਕਿ ਅਸੀਂ ਉਹ ਪਹਿਲੇ ਬੰਦੇ ਦੱਸਣੇ ਕਿ ਉਹ ਜਿਹੜਾ ਬੰਦਾ ਉਹ ਘਟੀਆ ਬੰਦਾ ਆ ਜਾਂ ਵਧੀਆ ਬੰਦਾ ਆ। ਇਸ ਤਰ੍ਹਾਂ ਦਾ ਅਸੀਂ ਬਣਾਇਆ। ਸਾਨੂੰ ਇਹਨਾਂ ਚੀਜ਼ਾਂ ਤੋਂ ਗੁਰੇਜ਼ ਕਰਨਾ ਚਾਹੀਦਾ, ਮੁਹੱਬਤ ਦਾ ਮੈਸੇਜ ਦੇਣਾ ਚਾਹੀਦਾ ਤੇ ਹਰ ਪਾਸੇ ਮੁਹੱਬਤ ਫੈਲਾਈਏ। ਅਸੀਂ ਸਿੱਖ ਬਣ ਗਏ ਆ, ਮੁਸਲਮਾਨ ਬਣ ਗਏ ਆ, ਹਿੰਦੂ ਬਣ ਗਏ, ਲੇਕਿਨ ਅਸੀਂ ਇਨਸਾਨ ਹਾਲੇ ਤੱਕ ਨਹੀਂ ਬਣ ਸਕੇ। ਇੱਧਰ ਨੂੰ ਸਾਨੂੰ ਪੈਰ ਪੁੱਟਣ ਦੀ ਲੋੜ ਹੈਗੀ ਆ। ਬਹੁਤ ਬਹੁਤ ਧੰਨਵਾਦ ਤੁਹਾਡਾ ਡਾਕਟਰ ਸਾਹਿਬ। ਥੈਂਕ ਯੂ ਬਹੁਤ ਮਿਹਰਬਾਨੀ। ਇਹ ਤਾਂ ਸੀ ਜੀ ਧਰਮਚੰਦ ਮੇਹ ਹੋਣੀ ਮੇਰੇ ਬੜੇ ਭਾਈ, ਜਿਹੜੇ ਅਸੀਂ ਇਕੱਠੇ ਹੀ ਫਰਾਈਡੇ ਨੂੰ ਪ੍ਰੋਗਰਾਮ ਕਰਦੇ ਹੈਗੇ ਆ ਸਾਂਝੀਆਂ ਵਿਚਾਰਾਂ। ਗੱਲ ਬਿਲਕੁਲ ਠੀਕ ਹੈ, ਕਿਉਂਕਿ ਇਸ ਪਲੈਨਟ 'ਤੇ ਜਿਹੜੇ ਬੰਦੇ ਵੀ ਇੱਥੇ ਜੰਮੇ ਪਲੇ ਹੈਗੇ ਆ, ਜਾਂ ਜਾਨਵਰ ਹੈ ਜਾਂ ਪੰਛੀ ਹੈ, ਪਸ਼ੂ ਹੈ ਜਾਂ ਕੁਛ ਵੀ ਜਨ ਜਿਹੜਾ ਕੀੜੇ ਮਕੌੜੇ ਹੈ, ਉਹਨਾਂ ਦਾ ਹਰ ਇੱਕ ਦਾ ਜੀਣ ਦਾ ਹੱਕ ਹੈ। ਇਹ ਅਸੀਂ ਕੌਣ ਹੁੰਦੇ ਹੈਗੇ ਆ ਕਿਸੇ ਨਾਲ ਅਸੀਂ ਨਫ਼ਰਤ ਕਰੀਏ ਜਾਂ ਅਸੀਂ ਧੌਂਸ ਜਮਾਈਏ ਜਾਂ ਅਸੀਂ ਯਾਨੀ ਕਿਹੜਾ ਹੁੱਲੜਬਾਜ਼ੀ ਕਰਕੇ ਉਹਨਾਂ 'ਤੇ ਆਪਣਾ ਜੋ ਕੁਛ। ਹੈਲੋ ਜੀ, ਕੌਣ ਤੇ ਜੀ, ਕਿੱਥੇ ਬੋਲਦੇ? ਵੈਲਕਮ ਹੈ ਜੀ। ਹੈਲੋ ਜੀ, ਕੌਣ ਤੇ ਜੀ, ਕਿੱਥੇ ਬੋਲਦੇ ਆ? ਵੈਲਕਮ ਹੈ ਜੀ। ਹੈਲੋ, ਗੁੱਡ ਈਵਨਿੰਗ ਡਾਕਟਰ ਮਲਹੋਤਰਾ ਜੀ, ਮਧੂ ਬੋਲ ਰਹੀ ਹਾਂ। ਹਾਂਜੀ ਮਧੂ ਜੀ, ਕੀ ਕਹਿਣਾ ਚਾਹੋਗੇ ਇਹੋ ਜਿਹਾ ਕੰਪਾਊਂਡ ਤੇ ਕੰਪਲੈਕਸ ਮਸਲੇ ਬਾਰੇ? ਹਾਂਜੀ, ਬਹੁਤ ਸੈਂਸਿਟਿਵ ਔਰ ਬਹੁਤ ਸੀਰੀਅਸ ਹੈਗਾ ਟੌਪਿਕ ਤੁਹਾਡਾ। ਕਿ ਦੇਖੋ, ਅਸੀਂ ਆਪਣੇ ਏਸ਼ੀਅਨ ਲੋਕਾਂ ਦੀ ਗੱਲ ਕਰਾਂਗੇ। ਸਾਡੇ ਜੇ ਅਸੀਂ ਸੜਕ 'ਤੇ ਜਾਂਦੇ ਹਾਂ ਕਿਸੇ ਨੂੰ ਛੋਟੇ ਕੱਦ ਦਾ ਦੇਖ ਲਈਏ ਨਾ, ਜਿਹਨੂੰ ਡੌਫ ਕਹਿੰਦੇ ਆ ਨਾ, ਬੋਨਾ ਕਹਿੰਦੇ ਆ ਆਪਣੇ ਲੋਕਾਂ 'ਚ, ਜਾਂ ਕਿਸੇ ਦਾ ਰੰਗ ਥੋੜ੍ਹਾ ਜਿਹਾ ਡਿਫਰੈਂਟ ਹੈ, ਡਾਰਕ ਹੈ, ਜਾਂ ਕਿਸੇ ਲੇਡੀ ਦੇ ਜਾਂ ਬੱਚੇ ਦੇ ਕੁੜੀ ਦੇ ਮੂੰਹ 'ਤੇ ਵਾਲ ਹੈਗੇ, ਅਸੀਂ ਮੁੜ ਮੁੜ ਕੇ ਦੇਖਦੇ ਹਾਂ, ਹੈ ਨਾ। ਉਹਨਾਂ ਨੂੰ ਮਤਲਬ ਬੜਾ ਉਹਨਾਂ ਨੂੰ ਟਰੀਟ ਡਿਫਰੈਂਟਲੀ ਕਰਦੇ ਹਾਂ। ਇਹ ਬਹੁਤ ਵੱਡੀ ਬੇਇਨਸਾਫੀ ਹੈ। ਇਸੇ ਤਰ੍ਹਾਂ ਜਿਹੜਾ ਤੁਸੀਂ ਅੱਜ ਦਾ ਟੌਪਿਕ ਲੈ ਕੇ ਆਏ ਹੋ, ਬਿਲਕੁਲ ਉਹ ਵੀ ਗੱਲ ਹੈਗੀ ਵੀ ਟਰਾਂਸਵੈਸਟਾਈਟ ਜਿਹੜੇ ਹੈਗੇ ਨੇ, ਇਹਨਾਂ ਨੂੰ ਸ਼ੌਕ ਨਹੀਂ ਹੈ ਕਿਸੇ ਨੂੰ ਆਪਣਾ ਮਜ਼ਾਕ ਬਣਾਉਣ ਦਾ ਜਾਂ ਬੇਇੱਜ਼ਤੀ ਕਰਾਉਣ ਦਾ। ਥੋੜ੍ਹੇ ਹੈਗੇ ਮੁੱਠੀ ਭਰ ਜਿਹਦਾ ਸ਼ੌਕ ਹੈਗਾ ਮੈਂ ਅਟੈਂਸ਼ਨ ਸੀਕਰ, ਹੈ ਨਾ, ਆਪਣਾ ਕੱਪੜੇ ਦੂਜੇ ਪਾ ਲਵਾਂ ਜਾਂ ਜੋ ਵੀ ਹੈਗਾ। ਪਰ ਮੋਸਟਲੀ ਜਿਹੜੇ ਹੈਗੇ ਉਹਨਾਂ ਨੂੰ ਮਜਬੂਰੀ ਹੈਗੀ ਉਹਨਾਂ ਦੀ, ਤਾਂ ਹੀ ਉਹ ਦਰਵਾਜ਼ੇ ਬਿਹਾਈਂਡ ਦ ਡੋਰਸ, ਕਲੋਜ਼ ਡੋਰ ਇਸ ਤਰ੍ਹਾਂ ਕਰਦੇ ਨੇ। ਸੋ ਸਪੈਸ਼ਲੀ ਜਿਨ੍ਹਾਂ ਦੇ ਬੱਚੇ ਹੈਗੇ ਨੇ, ਆਈ ਫੀਲ ਸੋ ਸੌਰੀ ਫॉर them ਕਿ ਉਹ ਨਹੀਂ ਦੱਸ ਸਕਦੇ ਆਪਣੇ ਵੀ ਸਾਨੂੰ ਇਹ ਨੇਚਰ ਵੱਲੋਂ ਚੀਜ਼ ਮਿਲੀ ਹੈ ਕਿ ਅਸੀਂ ਐਕਚੁਅਲੀ ਅੱਜ ਕੱਲ੍ਹ ਜਿਹੜਾ ਵਰਡ ਉਹਦੇ ਲਈ ਯੂਜ਼ ਹੋਇਆ ਹੁਣ ਸ਼ੁਰੂ ਹੋਇਆ ਟਰਾਂਸਵੈਸਟਾਈਲ ਲਈ, ਕ੍ਰਾਸ ਡਰੈਸਰ। ਕ੍ਰਾਸ ਡਰੈਸਰ ਹੁਣ ਉਹਨਾਂ ਨੇ ਲੀਗਲੀ ਵਰਡ ਯੂਜ਼ ਕਰਨਾ ਸ਼ੁਰੂ ਕੀਤਾ ਕਿ ਫਿਰ ਬੱਚਿਆਂ ਦੀ ਮੈਂਟਲ ਸਟੇਟ ਕੀ ਹੋਏਗੀ, ਬੱਚਿਆਂ ਦੇ ਫਰੈਂਡਸ ਨੂੰ ਪਤਾ ਚੱਲ ਗਿਆ, ਉਹਨਾਂ ਦੀ ਕਿੰਨੀ ਬੇਇੱਜ਼ਤੀ ਹੋਏਗੀ। ਤੇ ਆਈ ਫੀਲ ਸੌਰੀ ਫॉर these people ਕਿ ਉਹ ਆਪਣੇ ਆਪ ਨੂੰ ਐਕਸਪ੍ਰੈਸ ਨਹੀਂ ਕਰ ਸਕਦੇ ਓਪਨਲੀ ਜਾ ਕੇ ਨਾ, ਜਿਹੜਾ ਉਹਨਾਂ ਦਾ ਮਨ ਕਰ ਰਿਹਾ ਕ੍ਰਾਸ ਡਰੈਸਿੰਗ ਕਰਨ ਦਾ। ਤੇ ਹੁਣ ਦੇਖੋ ਸਾਡੇ ਇੰਡੀਆ 'ਚ ਪੁਰਾਣੇ ਜ਼ਮਾਨੇ 'ਚ ਯਾਦ ਹੈ ਤਾਂ ਰਾਮਲੀਲਾ ਹੁੰਦੀ ਸੀ, ਬਿਲਕੁਲ ਉਹਦੇ 'ਚ ਕਦੇ ਲੇਡੀਜ਼, ਹੁਣ ਅੱਜ ਕੱਲ੍ਹ ਮੈਂ ਸੁਣਿਆ ਕਿ ਦਿੱਲੀ 'ਚ ਕਰੀਬ 10-12 ਸਾਲ ਤੋਂ ਲੇਡੀਜ਼ ਜਿਹੜੀਆਂ ਹੈਗੀਆਂ ਉਹ ਲੇਡੀਜ਼ ਰੋਲ ਕਰਨ ਲੱਗੀਆਂ। ਅੱਛਾ, ਪੁਰਾਣੀ ਫਿਲਮਾਂ ਤੁਸੀਂ ਦੇਖ ਲਓ, ਜਦ ਸ਼ੁਰੂ ਹੋਇਆ ਸੀ ਲੇਡੀਜ਼ ਨੂੰ ਮਤਲਬ ਅਲਾਉਡ ਹੀ ਨਹੀਂ ਸੀ ਕਿ ਤੁਸੀਂ ਸਕਰੀਨ 'ਤੇ ਆਓ, ਤੇ ਉਹ ਮੇਲ ਜਿਹੜੇ ਸੀ ਕੈਰੈਕਟਰ ਉਹ ਫੀਮੇਲ ਰੋਲ ਕਰਦੇ ਹੁੰਦੇ ਸੀ। ਬਿਲਕੁਲ ਕਿ ਇਫ ਯੂ ਕੈਨ ਅਲਾਉ ਦੋਜ਼ ਪੀਪਲ, ਵਾਈ ਕਾਂਟ ਯੂ ਅਲਾਉ people like that ਕਿ ਜਿਹੜੇ ਜਿਹਨਾਂ ਨੂੰ ਇਸ ਤਰ੍ਹਾਂ ਸ਼ੌਕ ਹੈਗਾ ਡਰੈਸਅਪ ਹੋਣ ਦਾ। ਇੰਗਲਿਸ਼ ਲੋਕਾਂ 'ਚ ਮੈਂ ਦੇਖਿਆ ਕਿ ਜਿਹੜੀ ਵਾਈਫਸ ਹੈ ਨਾ, ਉਹ ਅਲਾਉਡ ਕਰਦੀਆਂ ਆਪਣੇ ਹਸਬੈਂਡ ਨੂੰ ਕਿ ਓਕੇ ਆਈ ਐਮ ਵਿਦ ਯੂ, ਮੈਂ ਤੁਹਾਡੇ ਨਾਲ ਹੈਗੀ ਹਾਂ, ਤੁਸੀਂ ਜਿਸ ਤਰ੍ਹਾਂ, ਪਰ ਪਲੀਜ਼ ਡੂ ਇਟ ਬਿਹਾਈਂਡ ਦ ਕਲੋਜ਼ ਡੋਰ, ਹੈ ਨਾ। ਇਹ ਗੱਲ ਬਹੁਤ ਇਹਨਾਂ 'ਚ ਹੈਗੀ। ਪਰ ਸਾਡੇ ਲੋਕਾਂ ਨੂੰ ਹਲੇ ਵੀ, ਜਿੱਦਾਂ ਮੈਂ ਹਮੇਸ਼ਾ ਕਹਿੰਦੀ ਹਾਂ, ਅਸੀਂ 50 ਸਾਲ ਪਿੱਛੇ ਹੈਗੇ ਇਹਨਾਂ ਲੋਕਾਂ ਤੋਂ। ਹਰ ਗੱਲ ਅਸੀਂ ਹੌਲੀ ਲਵ ਮੈਰਿਜ ਜਿਹੜੀ 50 ਸਾਲ ਪਹਿਲਾਂ ਅਸੀਂ, ਹੈ ਨਾ, ਆਪਣੇ ਬੱਚਿਆਂ ਨੂੰ ਡਿਸਕਾਰਡ ਕਰ ਦਿੰਦੇ ਸੀ ਸੋਸਾਇਟੀ ਤੋਂ। ਰਿਸ਼ਤੇਦਾਰ ਦੀ ਗੱਲ ਉਹ ਮਾਂ ਪਿਓ ਹੀ ਕਹਿੰਦੇ ਸੀ ਹੁਣ ਅਸੀਂ ਤੁਹਾਡਾ ਮੂੰਹ ਨਹੀਂ ਦੇਖਣਾ,
ਹੁਣ ਉਹ ਹੌਲੀ ਹੌਲੀ ਦੇਖੋ ਆ ਰਹੇ ਨਾ ਉਸ ਗੱਲ ਵੱਲ, ਹੈ ਨਾ, ਤੇ ਹੌਲੀ ਹੌਲੀ ਪਰ ਸਲੋ ਸਾਡੇ ਲੋਕੀ ਬਹੁਤ ਸਲੋਲੀ ਚੇਂਜ ਕਰਦੇ ਨੇ ਆਪਣੇ ਆਪ ਨੂੰ। ਉਹੀ ਜਿਹੜੀ ਚੀਜ਼ ਤੁਸੀਂ 40-50 ਸਾਲ ਬਾਅਦ ਕਰਨੀ, ਹੁਣੇ ਅੰਡਰਸਟੈਂਡ, ਆਪਣਾ ਮਾਈਂਡ ਓਪਨ ਰੱਖੋ। ਮੇਰੀ ਇਹ ਬਸ ਰਿਕੁਐਸਟ ਹੁੰਦੀ ਹਮੇਸ਼ਾ, ਕੀਪ ਯੋਰ ਮਾਈਂਡ ਓਪਨ। ਆਪਣੇ ਆਪ ਨੂੰ ਇੱਕ ਖੂਹ ਦਾ ਕੀ ਹੁੰਦੇ ਡੱਡੂ ਬਣਾ ਕੇ ਨਾ ਰੱਖੋ, ਹੈ ਨਾ, ਕਿ ਆਪਣੇ ਆਪ ਨੂੰ ਉਹਨਾਂ ਦੇ ਸ਼ੂਜ਼ ਵਿੱਚ ਰੱਖੋ ਕਿ ਖੁਦਾ ਨਾ ਖਾਸਤਾ ਕਿ ਜੇ ਤੁਹਾਡੇ ਘਰ 'ਚ ਕੋਈ ਇਸ ਤਰ੍ਹਾਂ ਬੱਚਾ ਹੋਇਆ ਤੇ ਤੁਸੀਂ ਕੀ ਕਰੋਗੇ। ਬਿਲਕੁਲ 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 ਸਾਰਿਆਂ ਨੂੰ ਤੁਸੀਂ ਇੱਕੋ ਨਜ਼ਰ ਨਾਲ ਦੇਖਣਾ ਚਾਹੀਦਾ। ਤੇ ਬਸ ਇੱਕ ਵਾਰ ਛੋਟੀ ਜਿਹੀ ਐਗਜ਼ਾਮਪਲ, ਤੁਹਾਡੇ ਕੋਲ ਟਾਈਮ ਹੈਗਾ? ਹਾਂ ਬਿਲਕੁਲ ਬਿਲਕੁਲ, ਕਰੋ ਗੱਲ। ਓਕੇ, ਮੇਰੇ ਨਾਨਕੇ ਕਾਨਪੁਰ ਹੈਗੇ ਨੇ, ਤੇ ਇੱਕ ਸਾਡੀ ਉਹਨਾਂ ਦੀ ਮੰਮੀ ਨਾਨੀ ਜੀ ਦੀ ਮੇਟ ਸੀ, ਉਹਦੇ 5 ਕੁੜੀਆਂ ਬਾਅਦ ਜਿਹੜੀ 6ਵੀਂ ਕੁੜੀ, ਉਹਨੇ ਉਹਨੂੰ ਕੱਪੜੇ ਪਵਾਉਣੇ ਸ਼ੁਰੂ ਤੋਂ ਹੀ ਲੜਕੇ ਵਾਲੇ ਸ਼ੁਰੂ ਕਰ ਦਿੱਤੇ, ਨਾਮ ਵੀ ਉਹਦਾ ਮੁੰਡਿਆਂ ਵਾਲਾ ਰੱਖ ਦਿੱਤਾ। ਤੇ ਉਹ ਕੁੜੀ ਹਮੇਸ਼ਾ ਇੱਕ ਗੱਲ ਕਰਦੀ ਸੀ, ਜਦ ਵੀ ਆਪਣੀ ਮੰਮੀ ਨਾਲ ਆਉਂਦੀ ਸੀ ਕੰਮ, ਉਹਦੇ ਬੈਠੀ ਹੁੰਦੀ ਸੀ, ਮੈਂ ਜਾਊਂਗਾ, ਮੈਂ ਖਾਊਂਗਾ, ਮੈਂ ਇਹ ਕਰੂੰਗਾ। ਤੁਸੀਂ ਬਿਲੀਵ ਕਰੋ ਕਿ ਉਹ ਜਦ ਹੌਲੀ ਹੌਲੀ ਪੜ੍ਹਨਾ ਵੀ ਸ਼ੁਰੂ ਕਰੇ ਤੇ ਉਹਦੇ ਸਕੂਲ 'ਚ ਇੰਨਾ ਬੁਰੇ ਹਾਲ ਹੈ, ਪਰ ਉਹ ਕਹਿਣ ਲੱਗੀ ਕਿ ਨਹੀਂ, ਮੈਂ ਲੜਕਾ ਹੂੰ, ਮੈਂ ਲੜਕਾ ਹੂੰ, ਕਿਉਂਕਿ ਉਹ ਕੱਪੜੇ ਵੀ ਨਿੱਕਰ ਜਿੱਦਾਂ ਸ਼ਰਟ ਵਗੈਰਾ ਪਾਣੀ ਉਹਦੇ। ਤੇ ਉਹ ਹੁਣ ਵੀ ਦੇਖੋ, ਸ਼ੀ ਇਜ਼ ਲਿਵਿੰਗ ਐਜ਼ ਅ ਬॉय, ਕਿਉਂਕਿ ਉਹਨੂੰ ਕਹਿੰਦੇ ਤੂੰ ਪੇਰੈਂਟ ਨੂੰ ਦੋਸ਼ ਦਿੰਦੀ ਹੈ, ਕਹਿੰਦਾ ਨਹੀਂ ਮੈਂ ਨਹੀਂ ਦੇਤਾ ਦੋਸ਼, ਮੁझे तो अच्छा लगता है। ਤੇ ਇਹ ਵੀ ਗੱਲ ਹੈਗੀ ਕਿ ਕਈ ਵਾਰ ਪੇਰੈਂਟਸ ਦੀ ਗਲਤੀ ਨਾਲ ਵੀ ਤੁਸੀਂ ਉਹਦੇ ਦਿਮਾਗ 'ਚ ਪਾ ਦਿੰਦੇ ਕਿ ਤੂੰ ਕੁੜੀ ਨਹੀਂ ਹੈ, ਤੂੰ ਮੁੰਡਾ ਹੈ, ਜਾਂ ਤੂੰ ਮੁੰਡਾ ਨਹੀਂ ਤੂੰ ਕੁੜੀ ਹੈਗੀ। ਪਰ ਆਈ ਰੀਅਲੀ ਫੀਲ ਕਿ ਉਹਨੇ ਐਜੂਕੇਸ਼ਨ ਵੀ ਕੀਤੀ ਹੈ, ਲੜਕੀ ਨੇ ਪੂਰੀ ਸਾਰਾ ਕੁਝ ਕੀਤਾ ਹੈ, ਤੇ ਸ਼ੀ ਇਜ਼ ਲਾਈਕ ਏ ਬੋਡੀ ਗਾਰਡ ਟੂ ਮਾਈ ਕਜ਼ਨਸ ਨਾਓ, ਹੈ ਨਾ, ਮੁੰਡਾ ਬਣ ਕੇ, ਬਾਲ ਵੀ ਛੋਟੇ ਹੈਗੇ ਨੇ ਉਹਦੇ। ਪਰ ਦਿਸ ਇਜ਼ ਵੈਰੀ ਵੈਰੀ ਸੈਡ ਕਿ ਪਲੀਜ਼, ਹੈ ਨਾ, ਤੁਸੀਂ ਇਹਨਾਂ ਨੂੰ ਉਸ ਤਰ੍ਹਾਂ ਟਰੀਟ ਕਰੋ the way you would like to be treated। ਪਰ ਇਹ ਮਧੂ ਜੀ ਆਪਣੀ ਸੁਸਾਇਟੀ ਵਿੱਚ ਜਿਸ ਤਰ੍ਹਾਂ ਮੇਰਾ ਖਿਆਲ, ਮੈਂ ਪਹਿਲੀ ਵਾਰੀ ਹੋਣ ਵਾਲੇ ਟੈਲੀਵਿਜ਼ਨ ਤੇ ਇਹੋ ਜਿਹਾ ਮਸਲੇ ਡਿਸਕਸ ਕਰ ਰਿਹਾ, ਸਾਡੇ ਕਿਸੇ ਟੈਲੀਵਿਜ਼ਨ ਤੇ, ਕਿਸੇ ਰੇਡੀਓ ਤੇ, ਕਿਸੇ ਯਾਨੀ ਕਿ ਹੋਰ ਇਹੋ ਜਿਹਾ ਮੀਡੀਆ ਤੇ ਕਦੀ ਡਿਸਕਸ ਨਹੀਂ ਹੋਏ। ਹਾਂਜੀ ਹਾਂਜੀ, ਨਹੀਂ, ਇੱਕ ਡਾਕੂਮੈਂਟਰੀ ਆਈ ਸੀ, ਇੱਕ 15 ਸਾਲ ਦਾ ਲੜਕਾ ਜਿਹੜਾ ਮੈਡੀਕਲ ਇੰਗਲਿਸ਼ ਬॉय, ਉਸ ਮੈਡੀਕਲ ਅਥਾਰਟੀ ਨੂੰ ਸੂ ਕਰ ਰਿਹਾ ਕਿ ਵੈਨ ਆਈ ਵਾਸ 15 ਸਾਲ ਦਾ ਸੀ, ਤੇ ਉਹ ਕਹਿੰਦਾ ਕਿ ਮੈਨੂੰ ਇਹਨਾਂ ਨੇ ਕੋਈ ਕਾਉਂਸਲਿੰਗ ਨਹੀਂ, ਕਿ ਕੁਛ ਨਹੀਂ, ਕਿ ਮੈਂ ਕੱਪੜੇ ਪਾਉਂਦਾ ਸੀ ਕੁੜੀਆਂ ਵਾਲੇ, ਤੇ ਇਹਨਾਂ ਨੇ ਮੇਰਾ ਜੈਂਡਰ ਚੇਂਜ ਕਰ ਦਿੱਤਾ। ਤੇ ਹੁਣ ਉਹ ਰਿਅਲਾਈਜ਼ ਕਰ ਰਿਹਾ ਆਫਟਰ 10-12 ਸਾਲ ਬਾਅਦ ਕਿ ਨਹੀਂ, ਉਸ ਟਾਈਮ ਮੈਂ ਇੱਕ ਫੇਜ਼ ਚੋਂ ਨਿਕਲ ਰਿਹਾ ਸੀ ਤੇ ਮੈਨੂੰ ਕਾਉਂਸਲਿੰਗ ਕਰਨੀ ਚਾਹੀਦੀ ਸੀ। ਯੂ ਨੋ, ਕਿ ਹੁਣ ਅੱਜ ਕੱਲ੍ਹ ਤਾਂ ਖੈਰ ਬਹੁਤ ਅਸੀਂ ਅੱਗੇ ਵੱਧ ਗਏ, NHS ਵਾਲੇ ਸਾਲ ਲੱਗ ਜਾਂਦਾ ਕਾਉਂਸਲ ਕਰਕੇ, ਵੈਨ ਦੇ ਆਰ 100% ਸ਼ੋਰ ਕਿ ਅੱਛਾ ਤੂੰ ਆਰ ਯੂ ਰੈਡੀ ਟੂ ਡੂ ਇਟ, ਫਿਰ ਕਰਦੇ ਨੇ, ਹੈ ਨਾ। ਓਕੇ ਜੀ ਮਧੂ ਜੀ, ਸੌਰੀ, ਥੈਂਕ ਯੂ, ਤੁਹਾਡਾ ਵੀ ਬਹੁਤ ਹੀ ਵੈਲ ਡਨ ਅਗੇਨ, ਮਾਈ ਹੈਟਸ ਆਫ ਟੂ ਯੂ, ਕਿ ਬਹੁਤ ਅੱਛਾ ਤੁਸੀਂ ਟੌਪਿਕ ਲੈ ਕੇ ਆਏ ਹੋ। ਓਕੇ, ਥੈਂਕ ਯੂ ਜੀ। ਇਹ ਤਾਂ ਸੀ ਜੀ ਮਧੂ ਹੋਣੀ ਜਿਨ੍ਹਾਂ ਨੇ ਆਪਣੇ ਵਿਚਾਰ ਸਾਨੂੰ ਸਾਂਝੇ ਕੀਤੇ। ਇਹ ਗੱਲ ਬਿਲਕੁਲ ਠੀਕ ਹੈ। ਹਾਂਜੀ, ਹੈਲੋ ਜੀ, ਕੌਣ ਜੀ, ਕਿੱਥੋਂ ਬੋਲਦੇ? ਵੈਲਕਮ ਹੈ ਜੀ। ਹੈਲੋ ਜੀ, ਕੌਣ ਜੀ, ਕਿੱਥੋਂ ਬੋਲਦੇ ਆ? ਵੈਲਕਮ ਹੈ ਜੀ। ਕਿਉਂਕਿ ਮਸਲੇ ਜਿਹੜੇ ਹੈਗੇ ਆ ਜਿਸ ਤਰ੍ਹਾਂ, ਹੈਲੋ ਜੀ, ਕੌਣ ਜੀ, ਕਿੱਥੋਂ ਬੋਲਦੇ ਆ? ਵੈਲਕਮ ਹੈ ਜੀ। ਹੈਲੋ ਹਰੀਸ਼ ਜੀ, ਮੈਂ ਭਗਵੰਤ ਬੈਸਮ ਤੋਂ ਬੋਲਦਾ ਜੀ। ਭਗਵੰਤ ਜੀ, ਕੀ ਕਹਿਣਾ ਚਾਹੋਗੇ ਇਸ ਬੜੇ ਕੰਪਲੈਕਸ ਮਸਲੇ ਤੇ? ਹਾਂ, ਅੱਜ ਤੁਸੀਂ ਉਹ ਮਸਲਾ ਛੇੜਿਆ ਜਿਹਦੇ ਬਾਰੇ ਮੈਂ ਕਹਿੰਦਾ ਵੀ ਸਾਡੇ ਸਮਾਜ ਦੇ ਵਿੱਚ 1% ਵੀ ਨੌਲੇਜ ਹੈ ਨਹੀਂਗਾ, ਉਸ ਦਾ ਗਿਆਨ ਨਹੀਂ ਹੈ ਸਾਡੇ ਲੋਕਾਂ ਨੂੰ। ਤੇ ਸਾਡੇ ਸਮਾਜ ਦੇ ਵਿੱਚ ਬਹੁਤ ਵੱਡਾ ਹਊਆ ਬਣਾਇਆ ਹੋਇਆ ਸਾਡੇ ਲੋਕਾਂ ਨੇ। ਹਾਂਜੀ, ਸਾਡੇ ਅੰਧ ਵਿਸ਼ਵਾਸ, ਸਾਡੇ ਸਾਰਾ ਕੁਛ ਨੇ। ਅੱਜ ਦਾ ਜਿਹੜਾ ਸਮਾਜ ਹੈ ਨਾ ਹਰੀਸ਼ ਜੀ, ਉਹ ਚਾਹੇ ਉਹ ਵੈਸਟਰਨ ਹੈ ਤੇ ਸਾਡਾ ਖਾਸ ਕਰਕੇ ਜਿਹੜਾ ਏਸ਼ੀਅਨ ਸਮਾਜ ਹੈਗਾ, ਇਸ ਦੇ ਵਿੱਚ ਅਸੀਂ ਜਿਸ ਤਰ੍ਹਾਂ ਬੰਦੇ ਨੂੰ ਦੇਖਣਾ ਚਾਹੁੰਦੇ ਹਾਂ, ਜਿਸ ਤਰ੍ਹਾਂ ਉਹਨੂੰ ਬਣਾਉਣਾ ਚਾਹੁੰਦੇ ਹਾਂ, ਉਸ ਦੇ ਵਿੱਚੇ ਰੱਖ ਕੇ, ਉਸ ਸਾਂਚੇ ਦੇ ਵਿੱਚ, ਉਸ ਪੈਮਾਨੇ ਦੇ ਵਿੱਚੇ ਉਹਨੂੰ ਫਿੱਟ ਕਰਨਾ ਚਾਹੁੰਦੇ ਹਾਂ। ਜੇ ਥੋੜਾ ਜਿਹਾ ਵੀ ਉਸ ਤੋਂ ਬਾਹਰ ਹੁੰਦਾ, ਅਸੀਂ ਉਸ ਨੂੰ ਕਈ ਤਰ੍ਹਾਂ ਦੇ ਇਲਜ਼ਾਮ ਜਾਂ ਕਈ ਤਰ੍ਹਾਂ ਦੇ ਉਹਨੂੰ ਭੈੜੀ ਨਜ਼ਰ ਨਾਲ ਦੇਖਦੇ ਹਾਂ। ਔਰ ਉਸੇ ਵਿੱਚੋਂ ਇਹ ਗੱਲ ਨਿਕਲਦੀ ਪਈ ਆ। ਮੇਰਾ ਖਿਆਲ ਆ ਵੀ ਆਪਾਂ ਥੋੜਾ ਜਿਹਾ ਕਨਫਿਊਜ਼ਨ ਦੇ ਵਿੱਚੋਂ ਜਿਹੜਾ ਕੁਦਰਤੀ ਇਨਸਾਨ ਜੰਮਦਾ, ਤੁਸੀਂ ਉਸ ਦੀ ਗੱਲ ਨਹੀਂ ਕਰਦੇ। ਅੱਜ ਤੁਸੀਂ ਗੱਲ ਕਰਦੇ ਪਏ ਹੋ ਜਿਹੜੇ ਲੋਕ ਆਪਣਾ ਲਿੰਗ ਪਰਿਵਰਤਨ ਕਰਦੇ ਨੇ, ਜਿਹੜਾ ਆਪਣਾ ਦਾ ਟਰਾਂਸਪੋਰਟਾਈਜ਼ ਕਰਦੇ ਨੇ, ਆਪਰੇਸ਼ਨ ਕਰਾਉਂਦੇ ਜਾਂ ਇਸ ਤਰ੍ਹਾਂ ਰਹਿੰਦੇ ਨੇ। ਇਹ ਇੱਕ ਗੱਲ ਪੱਕੀ ਹੈਗੀ ਆ ਵੀ 15-16 ਸਾਲ ਤੱਕ ਬਹੁਤ ਸਾਰੇ ਲੋਕ ਹੈ ਉਹ ਇਸ ਕਨਫਿਊਜ਼ਨ 'ਚ ਰਹਿੰਦੇ ਨੇ ਕਿ ਉਹਨਾਂ ਨੂੰ ਸੇਮ ਸੈਕਸੁਅਲ ਅਟਰੈਕਸ਼ਨ ਰਹਿੰਦੀ ਆ। ਇਹ ਹੈਗਾ ਆ, ਪਰ ਇੱਕ ਸਮਾਂ ਆਉਣ ਦੇ ਉੱਤੇ ਉਹ ਆਪਣੇ ਆਪ ਉਹ ਬੰਦਾ ਉਹਨੂੰ ਸੁਲਝਾ ਲੈਂਦਾ ਤੇ ਉਹ ਇੱਕ ਪਾਸੇ ਨੂੰ ਹੋ ਜਾਂਦਾ ਆ।
ਪਰ ਇਹ ਵੀ ਸਾਡਾ ਜਿਹੜਾ ਜਿੱਥੇ ਅਸੀਂ ਅੱਜ ਜਿੱਦਾਂ ਅਸੀਂ ਤੇ ਅਫਸੋਸ ਹੈ ਗੱਲ ਦਾ ਵੀ ਅੱਜ ਤਾਂ ਫਿਰ ਚਲੋ ਕੁਝ ਘਟ ਗਿਆ, ਪਰ ਤੁਹਾਨੂੰ ਇਹ ਵੀ ਤੁਸੀਂ ਅਜੇ ਪੜ੍ਹਿਆ ਨਹੀਂ, ਸਟੱਡੀ ਕੀਤੀ ਹੈ ਤੁਸੀਂ ਵੀ ਇੱਕ ਜ਼ਮਾਨੇ ਦੇ ਵਿੱਚ ਧਾਰਮਿਕ ਲੋਕ ਇਹਨਾਂ ਨੇ ਤੇ ਚਰਚਾਂ ਨੇ ਉਹਨਾਂ ਨੂੰ ਸਜ਼ਾਵਾਂ ਦਿੱਤੀਆਂ ਨਾ ਲੋਕਾਂ ਬਿਲਕੁਲ ਦਿੱਤੀਆਂ ਇਹ ਤੇ ਜਿਹੜਾ ਕਿ ਅੱਜ ਪਤਾ ਲੱਗਦਾ ਵੀ ਕਿੰਨਾ ਗੁਨਾਹ ਹੋਇਆ ਉਹਨਾਂ ਲੋਕਾਂ ਨਾਲ ਜਿਹੜਾ ਅਸਲ ਦੇ ਵਿੱਚ ਕੀ ਹੈ। ਇਹਦਾ ਦੋ ਰੀਜ਼ਨ ਜਿਹੜੇ, ਮੈਂ ਕੋਈ ਸਕਾਇਟਰਿਸਟ ਨਹੀਂ ਜਾਂ ਕੋਈ ਸੋਸ਼ਲ ਸਾਇੰਟਿਸਟ ਨਹੀਂਗਾ, ਇੱਕ ਸਧਾਰਨ ਆਦਮੀ ਆ, ਪਰ ਇਹਦੇ ਵਿੱਚ ਦੋ ਚੀਜ਼ਾਂ ਮੈਂ ਦੇਖਦਾ ਪਿਆ। ਇੱਕ ਤਾਂ ਉਹ ਬੰਦੇ ਦਾ ਨੈਚੁਰਲੀ ਉਹਨਾਂ ਲੋਕਾਂ ਦੀ ਕਈਆਂ ਜਿਹੜੀ ਬੋਡੀ ਕੈਮਿਸਟਰੀ ਆ ਉਹ ਠੀਕ ਨਹੀਂ ਹੁੰਦੀ। ਠੀਕ ਹੈ ਉਹਨਾਂ ਨੂੰ ਉਹ ਇਹ ਗੱਲ ਦੇ ਵਿੱਚ ਭੁਲੇਖੇ 'ਚ ਰਹਿੰਦੇ ਨੇ ਵੀ ਉਹ ਉਹਨਾਂ ਦੀ ਨੈਚੁਰਲੀ ਉਲਟ ਪਾਸੇ ਜੇ ਹੁੰਦੇ ਮੁੰਡੇ ਆ ਉਹ, ਤੇ ਪਰ ਉਹਨਾਂ ਦੀ ਜਿਹੜੀ ਅਟਰੈਕਸ਼ਨ ਉਹ ਵੀ ਕੁਦਰਤੀ ਮੁੰਡਿਆਂ ਵੱਲ ਨੂੰ ਹੁੰਦੀ ਆ। ਇਸ ਤਰ੍ਹਾਂ ਦੂਜੇ ਪਾਸੇ ਕੁੜੀਆਂ ਦੀ ਹੁੰਦਾ। ਤੇ ਇਹਦੇ ਵਿੱਚ ਇਹਦਾ ਉਹ ਜਿਹੜਾ ਬੋਡੀ ਕੈਮਿਸਟਰੀ ਇੱਕ ਉਹ ਹੁੰਦਾ, ਤੇ ਨੰਬਰ 2 ਤੇ ਜਿਹੜੀ ਸੋਸ਼ਲ ਸਾਡਾ ਸਟਰਕਚਰ ਹੈਗਾ ਉਹ 'ਚ ਵੀ ਅਸੀਂ ਕਈ ਵਾਰ ਗਲਤੀਆਂ ਕਰਦੇ ਹਾਂ। ਜਿਸ ਤਰ੍ਹਾਂ ਮਧੂ ਜੀ ਨੇ ਗੱਲ ਦੱਸੀ ਹੈ ਨਾ ਵੀ ਬੱਚੇ ਨੂੰ ਤੁਸੀਂ ਪਾਲਦੇ ਹੋ ਹਨਾ, ਤੇ ਉਸਨੂੰ ਬਰੋਟ ਅਪ ਕਰਨ ਲੱਗਿਆ ਵੀ ਤੁਸੀਂ ਉਸ ਨੂੰ ਕਈ ਵਾਰ ਕਰਾਹੇ ਪਾ ਦਿੰਦੇ ਆ, ਤੇ ਜਾਂ ਜਿਹੜਾ ਉਸਦਾ ਆਲਾ ਦੁਆਲਾ ਹੈ ਜਾਂ ਉਹਨੂੰ ਜਿਹੜਾ ਕਹਾਣੀਆਂ ਸੁਣਾਈਆਂ ਜਾਂਦੀਆਂ ਉਹ ਸਾਰੀਆਂ ਉਹਨੂੰ ਰਲ ਕੇ ਉਸ ਦਿਮਾਗ ਦੇ ਉੱਤੇ ਕਈ ਵਾਰ ਇਸ ਤਰ੍ਹਾਂ ਦਾ ਅਸਰ ਪਾਉਂਦੀਆਂ ਕਿ ਉਹ ਉਲਟ ਪਾਸੇ ਨੂੰ ਸੋਚਣ ਲੱਗ ਪੈਂਦਾ। ਤੇ ਸਾਡੇ ਸਮਾਜ ਦੇ ਵਿੱਚ ਇਹ ਸਭ ਤੋਂ ਵੱਡੀ ਇਹ ਸਾਡਾ ਖਾਸ ਕਰਕੇ ਪ੍ਰੋਬਲਮ ਹੈਗੀ ਆ। ਤੇ ਆਮ ਜਿਹੜੇ ਲੋਕ ਨੇ, ਮੈਂ ਇਹ ਕਹੂੰਗਾ ਜਿਹੜਾ ਅੱਜ ਸਬਜੈਕਟ ਹੈ ਇਹ ਬਹੁਤ ਵੱਡਾ ਵਿਸ਼ਾ ਆ ਜਿਹਦਾ ਬਹੁਤ ਧਿਆਨ ਮੰਗਦਾ ਸਾਡੇ, ਖਾਸ ਕਰਕੇ ਸਾਡੇ ਇੰਡੀਅਨ ਕਲਚਰ ਦੇ ਵਿੱਚ, ਹਿੰਦੁਸਤਾਨੀ ਕਹਿ ਲਓ ਤੁਸੀਂ ਜਾਂ ਭਾਰਤੀ ਕਹਿ ਲਓ, ਉਸ ਦੇ ਵਿੱਚ ਬਹੁਤ ਵੱਡਾ ਹਊਆ ਮੰਨਿਆ ਜਾਂਦਾ ਹੈ, ਜਿਹੜਾ ਕਿ ਸਾਨੂੰ ਐਸਾ ਨਹੀਂ ਚਾਹੀਦਾ। ਸਾਡੇ ਅਸੀਂ ਬਹੁਤ ਬੱਚਿਆਂ ਦੀ ਜ਼ਿੰਦਗੀ ਖਰਾਬ ਹੋ ਰਹੀ ਹੈ, ਬਹੁਤ ਜ਼ਿਆਦਾ ਬੱਚਿਆਂ ਦੀ ਜ਼ਿੰਦਗੀ ਖਰਾਬ ਹੋ ਰਹੀ। ਜਿਹੜੇ ਮਾਂ-ਬਾਪ ਨਾਲ ਗੱਲ ਨਹੀਂ ਕਰ ਸਕਦੇ, ਆਪਣੇ ਦੋਸਤਾਂ ਨਾਲ ਗੱਲ ਨਹੀਂ ਕਰ ਸਕਦੇ, ਸੁਸਾਇਟੀ 'ਚ ਗੱਲ ਨਹੀਂ ਕਰ ਸਕਦੇ, ਉਹ ਬਾਹਰ ਨਹੀਂ ਆਉਂਦੇ ਪਏ। ਪਰ ਜਦੋਂ ਅਸੀਂ ਇਸ ਨੂੰ ਖੁੱਲ੍ਹਾ ਇੱਕ ਬਣਾਵਾਂਗੇ ਤਾਂ ਇਹ ਗੱਲ ਕਾਫੀ ਲੋਕਾਂ ਨੂੰ ਜ਼ਿੰਦਗੀ 'ਚ ਜਿਉਣ ਦਾ ਹੱਕ ਮਿਲੂਗਾ, ਤੇ ਜਿਹੜਾ ਕਿ ਸਾਨੂੰ ਚਾਹੀਦਾ ਆ। ਤੇ ਗੱਲਾਂ ਤਾਂ ਇਹਦੇ ਉੱਤੇ ਬਹੁਤ ਕੀਤੀਆਂ ਜਾਂਦੀਆਂ, ਤੇ ਪਰ ਵੀ ਤੁਸੀਂ ਜਿੱਦਾਂ ਪਹਿਲਾਂ ਬੇਨਤੀ ਕੀਤੀ ਹੈ ਕਿ ਥੋੜਾ ਟਾਈਮ ਲਓ, ਮੈਂ ਇੱਥੇ ਬੰਦ ਕਰਨਾ। ਤੇ ਪਰ ਇਹ ਵੀ ਇਹ ਕਹੂੰਗਾ ਸਾਡੇ ਸਮਾਜ ਨੂੰ ਇਸ ਨੂੰ ਮੂਹਰੇ ਹੋ ਕੇ ਇਹਨੂੰ ਸੁਲਝਾਉਣਾ ਚਾਹੀਦਾ। ਮਿਹਰਬਾਨੀ। ਥੈਂਕ ਯੂ ਜੀ, ਬਹੁਤ ਮਿਹਰਬਾਨੀ। ਇਹ ਤਾਂ ਜੀ ਭਗਵੰਤ ਸਿੰਘ ਹੋਣੀ ਜਿਨ੍ਹਾਂ ਨੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ, ਤੇ ਤੁਸੀਂ ਵੀ ਟੈਲੀਫੋਨ ਕਾਲਸ ਕਰਕੇ ਸਾਡੇ ਨਾਲ ਆਪਣੇ ਵਿਚਾਰ ਸਾਂਝੇ ਕਰ ਸਕਦੇ ਆ। ਨੰਬਰ ਸਾਡਾ ਹੈਗਾ ਜਿਸ ਤਰ੍ਹਾਂ ਸਕਰੀਨ 'ਤੇ ਵੀ ਆ ਰਿਹਾ 0300 770 2246। ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਜਦੋਂ ਇੰਡੀਆ ਵਿੱਚ ਵੀ ਆਪਣੇ ਰਾਸ ਪੈਂਦੀ ਹੁੰਦੀ ਸੀਗੀ, ਜਾਂ ਜਿਸ ਤਰ੍ਹਾਂ ਮਧੂ ਹੁਣਾਂ ਨੇ ਗੱਲ ਕੀਤੀ ਹੈ ਜਦੋਂ ਆਪਣੇ ਝਾਕੀਆਂ ਨਿਕਲਦੀਆਂ ਸੀਗੀਆਂ, ਤੇ ਉਸ ਟਾਈਮ 'ਤੇ ਵੀ ਜਿਹੜਾ ਹੈਗਾ ਇਹ ਜਿਹੜੇ ਮੇਲ ਸੀਗੇ ਉਹ ਫੀਮੇਲ ਦੇ ਕੱਪੜੇ ਪਾਉਂਦੇ ਸੀ, ਤੇ ਉਦੋਂ ਅਸੀਂ ਐਕਸੈਪਟ ਕਰ ਲੈਂਦੇ ਸੀ। ਫਿਲਮਾਂ ਵਿੱਚ ਵੀ ਪਹਿਲਾਂ ਹੈਲੋ ਜੀ, ਕੌਣ ਤਾਂ ਜੀ, ਕਿੱਥੋਂ ਬੋਲਦੇ? ਵੈਲਕਮ ਜੀ। ਹਾਂਜੀ ਹਰੀਸ਼ ਜੀ, ਕੇਰ ਸ਼ਰੀਫ ਬੋਲ ਰਿਹਾ। ਕੇਰ ਜੀ, ਤੁਸੀਂ ਕੀ ਕਹਿਣਾ ਚਾਹੋਗੇ ਇਸ ਬੜੇ ਕੰਪਲੈਕਸ ਮਸਲੇ ਤੇ? ਇਹ ਮਸਲਾ ਤਾਂ ਬੜਾ ਗੰਭੀਰ ਹੈ, ਪਰ ਲੋਕਾਂ ਨੇ ਬਹੁਤਾ ਚੱਕਣਾ ਇਸ ਕਰਕੇ ਨਹੀਂ ਕਿ ਅਸੀਂ ਜਿਹੜਾ ਨਾ ਗੰਦ ਹੈ, ਜਿਹੜਾ ਕੂੜਾ ਹੈ, ਦਰੀ ਥੱਲੇ ਲੁਕਾਉਣ ਦੇ ਬਹੁਤੇ ਸ਼ੌਕੀਨ ਆ, ਜਾਂ ਸਾਡੀ ਇਹ ਆਦਤ ਹੈ ਵੀ ਦਰੀ ਥੱਲੇ ਨੂੰ ਕਰਦੇ ਹੋ ਜਿਹੜਾ ਕੂੜਾ ਹੈ, ਨਾਲ ਦੇ ਨੂੰ ਇਹ ਪੁੱਛੀ ਜਾਂਦੇ ਵੀ ਮੁਸ਼ਕ ਕਿੱਧਰੋਂ ਆਉਂਦਾ। ਫਿਰ ਇਹ ਸਾਡੀ ਆਦਤ ਹੈ, ਕਿਉਂਕਿ ਅਸੀਂ ਜਿਹੜੇ ਆ ਮਾਨਸਿਕ ਰੋਗੀ ਬਹੁਤੇ ਹੈ, ਤੇ ਜਿਹੜਾ ਸਧਾਰਨ ਬੰਦਾ ਉਹ ਘੱਟ ਹੈ। ਆ ਜਿਹੜਾ ਤੁਸੀਂ ਦੱਸਿਆ ਨਾ, ਮਤਲਬ ਹੀ ਇਹਨਾਂ ਨੂੰ ਪੰਜਾਬੀ 'ਚ ਪਹਿਲਾਂ ਆਪਾਂ ਜਨਾਰਲੇ ਵੀ ਕਹਿੰਦੇ ਸੀਗੇ। ਬਿਲਕੁਲ ਜਨਾਰਲੇ, ਉਹ ਸ਼ਬਦ ਪਤਾ ਨਹੀਂ ਕਿੱਥੇ ਲੁਕ ਗਿਆ, ਮੈਨੂੰ ਇਹ ਤਾਂ ਚੇਤੇ ਆਉਂਦਾ ਸੀਗਾ। ਦੂਜੀ ਗੱਲ ਵੀ ਇਹ ਜਿਹੜਾ ਕਿਸੇ ਦਾ ਕਿਵੇਂ ਬਣਨਾ ਹੈ, ਉਹਨੇ ਕਿਵੇਂ ਵਿਕਸਣਾ ਹੈ, ਉਹਦੀ ਪਾਲ ਪੋਸ਼ਣ ਕਿਵੇਂ ਹੈ, ਇਹ ਤਾਂ ਕੁਦਰਤ ਦਾ ਵਰਤਾਰਾ ਹੈ ਕਿ ਉਹ ਇਵੇਂ ਦਾ ਜਨਮਿਆ ਹੈ। ਬਿਲਕੁਲ ਜੀ, ਬਿਲਕੁਲ। ਤੇ ਉਹਦੇ 'ਚ ਦੇਖੋ ਇੱਕ ਗੱਲ ਕਿ ਉਹ ਪੂਰਾ ਇਨਸਾਨ ਹੈ, ਉਹਦੇ 'ਚ ਦਿਮਾਗ ਘੱਟ ਨਹੀਂ, ਉਹਦੇ 'ਚ ਦਿਲ ਘੱਟ ਨਹੀਂ, ਉਹਦੇ 'ਚ ਖੂਨ ਲਾਲ ਹੈ, ਉਹ ਹਰ ਪੱਖੋਂ ਇੱਕ ਇਨਸਾਨ ਹੈ, ਜਿਹਨੂੰ ਆਪਾਂ ਹਿਊਮਨ ਬੀਇੰਗ ਕਹਿੰਦੇ। ਅਸੀਂ ਹਿਊਮਨ ਬੀਇੰਗ ਦੀ ਹੀ ਨਿੰਦਿਆ ਕਰੀ ਜਾਂਦੇ ਹਾਂ। ਬਿਲਕੁਲ। ਇਹ ਸਾਡਾ ਆਪਣਾ ਜਿਹੜਾ ਨਾ ਸਾਡੀ ਮੰਦਬੁੱਧੀ ਹੈ। ਜਦੋਂ ਅਸੀਂ ਉਹਦੇ ਨੁਕਸ ਕੱਢਦੇ ਹਾਂ ਇਹੋ ਜਿਹੇ ਲੋਕਾਂ ਦੇ, ਤਾਂ ਸਾਡੀ ਮੰਦਬੁੱਧੀ ਬੋਲਦੀ ਹੈ, ਉਹਦਾ ਨਹੀਂ ਕੁਛ ਵੀ ਜਾਂਦਾ। ਬਿਲਕੁਲ। ਤੇ ਸਾਨੂੰ ਆਪਣੀ ਮੰਦਬੁੱਧੀ ਦਾ ਜਾਂ ਜਿਹੜੇ ਅਸੀਂ ਮਾਨਸਿਕ ਰੋਗ ਲਈ ਬੈਠੇ ਆ ਉਹਦਾ ਇਲਾਜ ਕਰਵਾਉਣਾ ਚਾਹੀਦਾ। ਅਸੀਂ ਇਲਾਜ ਦੂਜੇ ਦਾ ਰਹੇ ਆ। ਇਹ ਗੱਲ ਨਹੀਂ ਪੁੱਗਣਾ। ਉਹ ਲੋਕ ਹੁਣ ਤੁਸੀਂ ਇੱਕ ਦੇਖੋ ਜਿਹੜੇ ਟਰਾਂਸਜੈਂਡਰ ਹੈ ਹਿੰਦੁਸਤਾਨ ਦੇ ਅੰਦਰ, ਖਬਰਾਂ ਸਾਰੇ ਪੜ੍ਹਦੇ ਨੇ, ਉੱਥੇ ਜੱਜ ਬਣੇ ਆ, ਉੱਥੇ ਪ੍ਰੋਫੈਸਰ ਨੇ, ਉੱਥੇ ਡਾਕਟਰ ਨੇ। ਬਿਲਕੁਲ। ਤੇ ਜੇ ਮਜ਼ਦੂਰ ਉੱਠ ਕੇ ਕਹੇ ਵੀ ਟਰਾਂਸਜੈਂਡਰ ਹੈ, ਮੇਰੇ ਨਾਲ ਘਟੀਆ ਹੈ, ਉਹ
ਭਾਈ ਉਹ ਜੱਜ ਦੀ ਕੁਰਸੀ ਤੇ ਬੈਠਾ ਹੈ, ਪ੍ਰੋਫੈਸਰ ਹੈ, ਪੜ੍ਹਾ ਰਿਹਾ ਹੈ, ਡਾਕਟਰ ਹੈ, ਲੋਕਾਂ ਦਾ ਇਲਾਜ ਕਰ ਰਿਹਾ ਹੈ। ਕਿਸੇ ਵੀ ਚੋਰ ਕਿਸਮ ਦੇ ਕਿਸੇ ਸਿਆਸਤਦਾਨ ਨਾਲੋਂ ਤਾਂ ਵਧੀਆ ਨਾ, ਬਿਲਕੁਲ ਬਿਲਕੁਲ। ਟੈਕਸ ਚੋਰ ਕਿਸੇ ਵੀ ਵਪਾਰੀ ਨਾਲੋਂ ਤਾਂ ਵਧੀਆ ਹੈ ਨਾ। ਜਿਹੜਾ ਮਤਲਬ ਟਿਊਸ਼ਨਾਂ ਪੜ੍ਹਾ ਕੇ ਪੈਸੇ ਲੁੱਟ ਰਿਹਾ ਕੋਈ ਅਧਿਆਪਕ ਹੈ, ਉਹਦੇ ਨਾਲ ਤਾਂ ਉਹ ਵਧੀਆ ਹੈ ਨਾ। ਹਾਂਜੀ ਹਾਂਜੀ ਹਾਂਜੀ। ਅਸੀਂ ਇਹ ਗੱਲ ਸੋਚ ਲਈਏ ਕਿ ਅਸੀਂ ਘੱਟ ਗਿਣਤੀ ਬਹੁ ਗਿਣਤੀ ਨਹੀਂ, ਅਸੀਂ ਤਾਂ ਆਪਣੇ ਹੀ ਹੱਥਾਂ ਵੱਲ ਦੇਖੀ ਜਾਂਦੇ ਆ। 5-7 ਮੁੰਦਰੀਆਂ ਪਾਈਆਂ, ਗਲ 'ਚ ਸੰਗਲੀ ਪਾਈ ਹੋ, ਕੜਾ ਪਾਇਆ, ਚੱਲ ਤੋਂ ਚੱਲ ਕੱਪੜੇ ਵਧੀਆ ਪਾ ਕੇ ਅਸੀਂ ਇਹ ਸਮਝਦੇ ਸਾਡੀ ਸੋਚ ਵਧੀਆ ਹੋ ਗਈ। ਉੱਥੇ ਸੋਚ ਵਧੀਆ ਨਹੀਂ ਹੁੰਦੀ। ਸੋਚ ਬੰਦਾ ਗੋਹੇ ਵਰਗੀ ਰੱਖਦਾ, ਕੱਪੜੇ ਵਧੀਆ ਪਾ ਲੈਂਦਾ ਚਮਕਦੇ ਜੇ। ਸੋ ਇਹ ਜਿਹੜੇ ਗੋਹੇ ਦੀ ਸੋਚ ਵਾਲੇ ਬੰਦੇ ਹੈ, ਇਹ ਮੰਦਬੁੱਧੀ ਬੰਦੇ ਸਮਾਜ ਨੂੰ ਅੱਗੇ ਨਹੀਂ ਵਧਣ ਦਿੰਦੇ। ਕੋਈ ਕਿਵੇਂ ਦੇ ਕੱਪੜੇ ਪਾਉਂਦਾ, ਕੋਈ ਕਿਵੇਂ ਦਾ ਖਾਣਾ ਖਾਂਦਾ, ਕੋਈ ਕਿਵੇਂ ਦਾ ਕੋਈ ਧਰਮ ਅਪਣਾਉਂਦਾ, ਨਹੀਂ ਅਪਣਾਉਂਦਾ। ਅਸੀਂ ਹਰ ਪੱਖੋਂ ਕਿਸੇ ਦੂਜੇ ਦੀ ਆਲੋਚਨਾ ਕਰੀ ਜਾਂਦੇ ਹਾਂ। ਬਿਲਕੁਲ। ਸਮਝ ਨਹੀਂ ਲੱਗੀ ਵੀ ਕਾਹਤੋਂ, ਹਾਲਾਂਕਿ ਨਾ ਉਸ ਮਸਲੇ ਦਾ ਪਤਾ ਹੁੰਦਾ। ਹੁਣ ਜਿਹੜਾ ਤੁਸੀਂ ਮਸਲਾ ਵਿਚਾਰ ਰਹੇ ਅੱਜ, ਹਾਂਜੀ, ਇਸ ਮਸਲੇ ਦਾ ਬਹੁਤੇ ਲੋਕਾਂ ਨੂੰ ਪਤਾ ਹੀ ਨਹੀਂ। ਇਦਾਂ ਹੀ ਆ, ਬਿਲਕੁਲ ਬਿਲਕੁਲ। ਕਿਉਂ? ਦੂਜੀ ਗੱਲ, ਅਸੀਂ ਇਹਨਾਂ ਨੂੰ ਇਗਨੋਰ ਕਰ ਦਿੰਦੇ ਆ। ਹਾਂਜੀ ਹਾਂਜੀ ਹਾਂਜੀ। ਸਭ ਤੋਂ ਵੱਧ ਜਿਹੜੀ ਮਾੜੀ ਗੱਲ ਹੁੰਦੀ ਆ, ਕਿਸੇ ਨੂੰ ਅਣਡਿੱਠ ਕਰ ਦੇਣਾ ਹੁੰਦਾ ਹੈ। ਕਿਸੇ ਨੂੰ ਗਾਲ ਕੱਢਣੀ ਵੀ ਐਡੀ ਭੈੜੀ ਨਹੀਂ ਜਿੱਦਾਂ ਉਹਨੂੰ ਅਣਡਿੱਠ ਕਰਨਾ। ਇਦਾਂ ਹੀ ਹੈ ਜੀ, ਇਦਾਂ ਹੀ। ਜਦੋਂ ਇਗਨੋਰ ਕਰਦੇ ਆ ਅਸੀਂ, ਉਦੋਂ ਅਸੀਂ ਆਪਣੀ ਬੁੱਧੀ ਦਾ ਜਲੂਸ ਕੱਢਦੇ ਆ। ਅਸੀਂ ਆਪਣੀ ਜਿਹੜੀ ਅਕਲ ਆ ਸਾਡੀ, ਉਹਦਾ ਹੀ ਜਨਾਜ਼ਾ ਕੱਢਦੇ ਆ, ਦੂਜੇ ਦਾ ਕੁਝ ਨਹੀਂ ਜਾਂਦਾ ਹੈ। ਸੋ ਇਹ ਸਾਨੂੰ ਚਾਹੀਦਾ, ਅਸੀਂ ਸਾਡੀ ਸਮਾਜ 'ਚ ਇਹ ਜਿਹੜੇ ਟਰਾਂਸਜੈਂਡਰ ਹੈ, ਜਨਾਲੇ ਆ, ਇਹ ਤਾਂ ਬਹੁਤ ਘੱਟ ਹੈ। ਮਾਨਸਿਕ ਰੋਗੀ ਮੇਰਾ ਖਿਆਲ ਹੈ 70% ਤੋਂ ਉੱਪਰ ਹੋਣਗੇ। ਬਿਲਕੁਲ, ਮੇਰਾ ਆਪਣਾ ਖਿਆਲ ਹੈ, ਮੈਨੂੰ ਨਹੀਂ ਪਤਾ ਹੈ ਕਿਉਂਕਿ ਮੈਂ ਤਾਂ ਕੋਈ ਐਸਾ ਡਾਕਟਰ ਨਹੀਂ ਨਾ, ਮੈਂ ਐਸਾ ਕੋਈ ਮੈਂ ਮਾਪਦੰਡ। ਪਰ ਤੁਸੀਂ ਕਿਸੇ ਨਾਲ ਗੱਲ ਕਰਕੇ ਦੇਖ ਲਓ, ਆਪਣੇ ਰਿਸ਼ਤੇਦਾਰ ਦੀਆਂ ਬਦਖੋਈਆਂ, ਆਪਣੇ ਭੈਣ ਭਾਈਆਂ ਦੀਆਂ ਬਦਖੋਈਆਂ, ਤੇ ਜੇ ਉਹਨੂੰ ਪੁੱਛੋ ਵੀ ਤੂੰ ਕੀ ਆ, ਫਿਰ ਉਹ ਦੱਸਣ ਜੋਗਾ ਨਹੀਂ ਵੀ ਮੈਂ ਕੀ ਆ। ਬਿਲਕੁਲ ਬਿਲਕੁਲ। ਫਿਰ ਉਹਦੀ ਮੈਂ ਬੋਲਦੀ ਆ, ਉਹ ਜਿਹੜੀ ਹਉਮੈ ਆ। ਇਹ ਹਉਮੈ ਵਾਲੇ ਲੋਕ, ਸਾਡਾ ਸਮਾਜ ਬਹੁਤ ਪਛੜਿਆ ਸਮਾਜ ਹੈ। ਅਸੀਂ ਇਸ ਸਮਾਜ ਦੇ ਹਾਣ ਦੇ ਅਜੇ ਹੋਏ ਨਹੀਂ। ਸਾਨੂੰ ਇਹ ਸੋਚਣਾ, ਗੋਰੇ ਨਹੀਂ ਇਹ ਕਰਦੇ ਹੈ ਵੀ ਆ ਕਿੱਦਾਂ ਦੇ ਕੱਪੜੇ ਪਾਈ ਫਿਰਦਾ, ਕਦੇ ਨਹੀਂ ਕਹਿੰਦੇ। ਹੁਣ ਪਾਟੀ ਜੀਨ ਦਾ ਰਿਵਾਜ ਹੈ, ਪਹਿਲਾਂ ਟਾਕੀਆਂ ਲਵਾਉਂਦੇ ਸਨ, ਹੁਣ ਕੋ ਟਾਕੀ ਵੀ, ਚਾਕੀ ਦਾ ਕੰਮ ਵੀ ਚੱਕ ਦਿੱਤਾ। ਇਸ ਕਰਕੇ ਸਾਨੂੰ ਆਪਣੀ ਜਿਹੜੀ ਸੋਚ ਹੈ ਨਾ, ਉਹਨੂੰ ਟਾਕੀਆਂ ਲਾਉਣੀਆਂ ਚਾਹੀਦੀਆਂ। ਜਿਹੜੀ ਸੋਚ ਪਾਟੀ ਹੋਈ ਹੈ, ਉਹ ਤੇ ਟਾਕੀਆਂ ਲੱਗ ਜਾਣ ਤਾਂ ਸ਼ਾਇਦ ਅਸੀਂ ਸਮਾਜ ਬਾਰੇ ਚੰਗਾ ਸੋਚਣ ਲੱਗ ਪਈਏ। ਫਿਰ ਸਾਨੂੰ ਉਹ ਘੱਟ ਗਿਣਤੀ ਬਾਰੇ ਜਿਹੜਾ ਨਫ਼ਰਤੀ ਵਤੀਰਾ ਹੈ ਨਾ, ਨਫ਼ਰਤੀ ਵਤੀਰਾ ਛੱਡਣਾ ਪਊਗਾ। ਇਸ ਕਰਕੇ ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਉਹ ਨਫ਼ਰਤੀ ਵਤੀਰਾ ਛੱਡ ਕੇ ਦੂਜੇ ਬੰਦੇ ਨੂੰ ਜੱਜ ਕਰਨਾ ਤਾਂ ਉਹਦੀ ਗੱਲਬਾਤ ਤੋਂ ਜੱਜ ਕਰੀਏ, ਉਹਦੇ ਕੱਪੜਿਆਂ ਤੋਂ ਜਾਂ ਕਿਸੇ ਹੋਰ ਗੱਲ ਤੋਂ ਨਾ, ਉਹਦੇ ਜੈਂਡਰ ਤੋਂ ਨਾ ਜੱਜ ਕਰੀਏ। ਇੱਥੇ ਹਰ ਇਨਸਾਨ ਜਿਹੜਾ ਕੁਦਰਤ ਨੇ ਉਹਨੂੰ ਦਿਮਾਗ ਦਿੱਤਾ ਹੈ, ਦਿਮਾਗ ਨਾਲ ਪਸ਼ੂਆਂ ਤੋਂ ਭਿੰਨ ਕੀਤਾ ਹੈ ਮਨੁੱਖ ਨੂੰ। ਉਹਦੇ ਦਿਮਾਗ ਪਾ ਕੇ, ਉਹਨੂੰ ਬੋਲਣ ਦੀ ਸ਼ਕਤੀ ਦੇ ਕੇ, ਉਹਨੂੰ ਬੋਲੀ ਤੇ ਭਾਸ਼ਾ ਦੇ ਕੇ ਅਸੀਂ ਫੇਰ ਵੀ ਨੁਕਸ ਕੱਢੀ ਜਾਂਦੇ। ਪਸ਼ੂਆਂ ਦੇ ਨੁਕਸ ਨਹੀਂ ਕੱਢਦੇ ਜੋ ਸਿੰਘ ਮਾਰਦਾ ਹੈ, ਪਰ ਬੰਦੇ ਦੇ ਨੁਕਸ ਜ਼ਰੂਰ ਕੱਢਦੇ। ਓਕੇ ਕੇਰ ਜੀ, ਇਹ ਤਾਂ ਸੀ ਜੀ ਕੇਰ ਸ਼ਰੀਫ ਹੋਣੀ ਜਰਮਨੀ ਤੋਂ, ਜਿਨ੍ਹਾਂ ਨੇ ਫੋਨ ਕੀਤਾ, ਸਾਡੇ ਨਾਲ ਵਿਚਾਰ ਸਾਂਝੇ ਕੀਤੇ ਹੈਗੇ। ਕਿਉਂਕਿ ਆਪਾਂ ਸੰਵਾਦ ਰਚਾ ਰਹੇ ਹੈਗੇ ਆ, ਬਹੁਤ ਹੀ ਜਿਹੜੇ ਵਿਚਾਰ ਹੈਗੇ ਆ ਉਹ ਵੱਖਰੇ ਵੱਖਰੇ ਜਿਨ ਕਿ ਵਿਚਾਰ ਆ ਰਹੇ ਹੈਗੇ, ਅਤੇ ਬੜੇ ਉਮਦਾ ਵਿਚਾਰ ਆ ਰਹੇ ਹੈਗੇ, ਬੜੇ ਜਿਹੜੇ ਹੈਗੇ ਵਿਚਾਰ ਉਹ ਸੋਚਣ ਵਾਲੇ ਵਿਚਾਰ ਹੈਗੇ ਆ। ਹੈਲੋ ਜੀ, ਕੌਣ ਤੋਂ ਜੀ, ਕਿੱਥੋਂ ਬੋਲਦੇ? ਵੈਲਕਮ ਹੈ ਜੀ। ਹੈਲੋ ਜੀ, ਕੌਣ ਤੇ ਜੀ, ਕਿੱਥੋਂ ਬੋਲਦੇ ਆ ਜੀ? ਵੈਲਕਮ ਹੈ। ਮੈਂ ਕੈਨੇਡਾ ਤੋਂ ਬੋਲਦੀ ਆ, ਸ਼ਾਂਤੀ ਜੀ। ਸ਼ਾਂਤੀ ਜੀ, ਕੀ ਕਹਿਣਾ ਚਾਹੋਗੇ ਕੈਨੇਡਾ ਤੋਂ? ਮੈਂ ਤੁਹਾਨੂੰ ਪਹਿਲਾਂ ਜਦੋਂ ਮੈਂ ਬਚਪਨ 'ਚ ਸੀ, ਜਾਂ ਮੈਂ ਗਰੋਨ ਅਪ ਹੀ ਇੰਡੀਆ ਤੋਂ ਆਈ ਹਾਂ, ਉਦੋਂ ਮੇਰੀ ਅੱਖਾਂ ਦੇ ਸਾਹਮਣੇ ਜਦੋਂ ਕੋਈ ਇਹੋ ਜਿਹੀ ਗੱਲ ਹੁੰਦੀ ਸੀ, ਜਿਹੜੇ ਤਾਂ ਅੱਖਾਂ ਦੇ ਸਾਹਮਣੇ ਉਹ ਹੀ ਨੱਚਦੇ ਹੋਏ ਮੈਨੂੰ ਨਜ਼ਰ ਆਉਂਦੇ ਸੀਗੇ ਵੀ ਉਹ ਖੁਸਰੇ ਹੁੰਦੇ ਆ। ਉਹਨਾਂ ਦਾ ਮਤਲਬ ਜਿਹੜਾ ਇਹਨਾਂ ਮੁਲਕਾਂ 'ਚ ਜਿਵੇਂ ਕੋਈ ਵੀ ਉਹਨਾਂ ਨੂੰ ਸੈਪਰੇਟ ਨਹੀਂ ਰੱਖਦਾ, ਪਰ ਇੰਡੀਆ ਦੇ ਵਿੱਚ ਉਹਨਾਂ ਨੇ ਆਪਣੇ ਆਪ ਨੂੰ ਸੈਪਰੇਟ ਰੱਖਿਆ ਹੁੰਦਾ ਸੀ। ਉਹਨਾਂ ਨੇ ਆਪਣੀ ਸੁਸਾਇਟੀ ਬਣਾਈ ਹੁੰਦੀ ਸੀ, ਜਿਹੜੇ ਉਹ ਇਕੱਠੇ ਹੋ ਕੇ ਕੋਈ ਵਿਆਹਾਂ ਤੇ, ਕੋਈ ਕਿਸੇ ਦੇ ਮੁੰਡਾ ਹੋਇਆ ਜਾਂ ਕੁਛ ਵੀ ਖੁਸ਼ੀ ਹੁੰਦੀ ਸੀ, ਉਹਨਾਂ ਦੇ ਘਰ ਨੱਚਣ ਆਉਂਦੇ ਸੀ। ਤਾਂ ਅਸੀਂ ਬੜਾ ਦੇਖਣ ਜਾਣਾ ਸੀ, ਕਹਿਣਾ ਉਹਨਾਂ ਦੇ ਖੁਸਰੇ ਨੱਚਣ ਆਏ ਆ ਜਾਂ ਕਿੱਦਾਂ ਵੀ। ਸਾਨੂੰ ਇੰਨਾ ਕੁ ਪਤਾ ਹੁੰਦਾ ਸੀ ਵੀ ਇਹਨਾਂ ਨੇ ਲੇਡੀਜ਼ ਦੇ ਕੱਪੜੇ ਪਾਏ ਹੋਏ ਆ ਤੇ ਇਹਨਾਂ ਨੇ ਨੱਚਣ ਆਇਆ, ਇਹ ਖੁਸਰੇ ਆ ਸਾਨੂੰ, ਪਰ ਇਹ ਪਤਾ ਨਹੀਂ ਸੀ ਹੁੰਦਾ ਵੀ ਇਹਦਾ ਮਤਲਬ ਕੀ ਹੁੰਦਾ ਹੈ। ਪਰ ਜਿਉਂ ਵੱਡੇ ਹੋ ਕੇ ਇਹਨਾਂ ਮੁਲਕਾਂ ਦੇ ਵਿੱਚ ਆਏ ਆ, ਇੱਥੇ ਕੋਈ ਫਰਕ ਨਹੀਂ ਹੈਗਾ ਵੀ ਤੁਸੀਂ ਪਛਾਣ ਨਹੀਂ ਸਕਦੇ ਵੀ ਇਹ ਨੱਚਣ ਆਏ ਆ ਜਾਂ ਕਿੱਦਾਂ ਵੀ ਇਹ ਹੀਜੜੇ ਆ ਜਾਂ ਇਹ
ਇਹੋ ਜਿਹੇ ਲੋਕ ਆ। ਪਰ ਜਦ ਮੈਂ ਇੱਥੇ ਦੇਖਿਆ, ਇੱਥੇ ਲੋਕਾਂ ਨੂੰ ਉਹ ਟੌਂਟ ਨਹੀਂ ਕਰਦੇ ਹੈਗੇ ਜਿਹੜੇ ਕਿ ਇੰਡੀਆ 'ਚ ਸਾਰੇ ਕਹਿੰਦੇ ਖੁਸਰਿਆਂ ਨੂੰ ਟੌਂਟ ਕਰਦੇ ਹੁੰਦੇ ਸੀ। ਹੁਣ ਤਾਂ ਕਹਿੰਦੇ ਇੰਡੀਆ ਦੇ ਵਿੱਚ ਵੀ ਇੱਕ ਕੁੜੀ ਟਰਾਂਸ ਵੂਮਨ ਉਹ ਜੱਜ ਬਣੀ ਆ, ਉੱਥੇ ਬੰਗਾਲ ਦੀ ਆ, ਉਹ ਸੋਸ਼ਲ ਵਰਕਰ ਆ, ਤਾਂ ਸਿਵਲ ਕੋਰਟ ਦੇ ਵਿੱਚ ਉਹ ਜੱਜ ਬਣੀ, ਉਹਦਾ ਨਾਂ ਜੋਤੀ ਮੰਡਲ ਆ। ਸੋ ਉੱਥੇ ਵੀ ਹੁਣ ਉਹਨਾਂ ਨੂੰ ਕਈ ਲੋਕ ਰਿਲਾਈਜ਼ ਕਰਨ ਲੱਗ ਪਏ ਆ ਵੀ ਉਹ ਉਹਨਾਂ ਨੂੰ ਐਜ਼ ਏ ਹਿਊਮਨ ਬੀਇੰਗ ਸਮਝਦੇ ਆ ਤੇ ਉਹਨਾਂ ਨੂੰ ਆਪਣੀ ਸੋਸਾਇਟੀ ਦੇ ਵਿੱਚ ਐਕਸੈਪਟ ਕਰਦੇ ਆ, ਤੇ ਆਪਣੇ ਆਪ ਨੂੰ ਵੀ ਉੱਚਾ ਥੋੜਾ ਜਿਹਾ ਦਿਖਾਉਣ ਲੱਗ ਪਏ ਵੀ ਸਾਡੇ ਅਸੀਂ ਕਿਸੇ ਨਾਲੋਂ ਘੱਟ ਨਹੀਂ ਹੈਗੇ। ਪਰ ਇਹਨਾਂ ਮੁਲਕਾਂ ਦੇ ਵਿੱਚ ਵੀ ਪੂਰੀ ਰਿਸਪੈਕਟ ਦਿੰਦੇ ਆ, ਕੋਈ ਇਹੋ ਜਿਹੇ ਹੈਗੇ ਆ, ਪਰ ਸਾਨੂੰ ਜਿਹੜਾ ਇਹ ਤਾਂ ਵੱਖਰੀ ਗੱਲ ਆ ਵੀ ਇਹ ਪੂਰੀ ਰਿਸਪੈਕਟ ਇੱਥੇ ਇਹਨਾਂ ਮੁਲਕਾਂ 'ਚ ਹੈਗੀ ਆ, ਪਰ ਸਾਡੇ ਹੋਰ ਜਿਹੜਾ ਸਾਡੀ ਜਾਤੀ ਪਾਤੀ ਦਾ ਕੋਡ ਬਹੁਤ ਆ, ਕਾਲੇ ਦਾ ਗੋਰੇ ਦਾ, ਉਹ ਸਾਡੀ ਸੁਸਾਇਟੀ 'ਚ ਜ਼ਿਆਦਾ ਆ, ਕਿਉਂਕਿ ਮੈਂ ਇੱਥੇ ਗੋਰੀਆਂ ਦੇਖੀਆਂ ਆ ਉਹ ਬਹੁਤ ਕਾਲੇ ਮੁੰਡਿਆਂ ਨਾਲ ਵੀ ਵਿਆਹ ਕਰਾਈ ਫਿਰਦੀਆਂ ਆ ਜਾਂ ਉਹ ਕਹਿੰਦੀਆਂ ਆਈ ਲਵ ਹਿਮ। ਪਰ ਸਾਡੀ ਸੁਸਾਇਟੀ ਦੇ ਵਿੱਚ ਹਜੇ ਵੀ ਇਹ ਲੋਕ ਇੱਕ ਮਿਹਣਾ ਹੀ ਆ ਵੀ ਉਹ ਕਾਲਾ ਆ, ਉਹਦਾ ਨੱਕ ਨਹੀਂ ਸੋਹਣਾ, ਉਹ ਏਦਾਂ ਆ, ਉਹ ਫਲਾਨੀ ਜਾਤ ਦਾ ਆ, ਉਹ ਧਮਕੜੀ ਜਾਤ ਦਾ, ਇਹ ਜਾਤ ਪਛਾਤ ਆ ਵੀ ਉਹਨੇ ਵਿਆਹ ਉੱਥੇ ਨਹੀਂ ਕਰਾ ਸਕਦੇ ਤੁਸੀਂ, ਉਹ ਸਾਡੀ ਜਾਤ ਦੇ ਨਹੀਂ ਹੈਗੇ। ਸੋ ਇਹੋ ਜਿਹੀਆਂ ਜਿਹੜੀਆਂ ਕੋਡ ਵਾਲੀਆਂ ਗੱਲਾਂ ਆ ਸਾਰੇ ਬੰਦੇ ਜਿਵੇਂ ਹਿਊਮਨ ਬੀਇੰਗ ਨਹੀਂ ਸਮਝਦੇ ਲੋਕ। ਈਵਨ ਜਿਹੜੇ ਸਾਡੇ ਆਪਣੇ ਪੰਜਾਬੀ ਆਏ ਹੋਏ ਆ ਉਹ ਵੀ ਕੋਈ ਕਹੂਗਾ ਉਹ ਹਿੰਦੂਆਂ ਦਾ ਮੁੰਡਾ ਆ, ਉੱਥੇ ਨਹੀਂ ਤੇਰਾ ਵਿਆਹ ਕਰਨਾ ਕੁੜੀਏ, ਉਹ ਕਹਿੰਦੇ ਆਈ ਲਵ ਹਰ। ਜਿਹੜੇ ਬੱਚੇ ਆ ਨਾ ਇਹਨਾਂ ਨਹੀਂ ਸਾਨੂੰ ਬਦਲਣਾ, ਇਹਨਾਂ ਨਹੀਂ ਸਮਾਜ ਨੂੰ ਬਦਲਣਾ, ਉਹ ਇਹ ਕਹਿੰਦੇ ਆ ਵੀ ਅਸੀਂ ਨੋ ਵੀ ਵਿਲ ਡੂ ਇਟ, ਫੇਰ ਮਾਪੇ ਮੰਨਦੇ। ਅਦਰਵਾਈਜ਼ ਜਿਹੜੇ ਸਾਡੇ ਇੰਡੀਆ ਤੋਂ ਆਏ ਹੋਏ ਆ ਜਾਂ ਇੱਥੇ ਦੀ ਵੀ ਬੋਰਨ ਜਿਹੜੇ ਪੁਰਾਣੇ ਆ ਉਹਨਾਂ ਦੇ ਖਿਆਲ ਉੱਥੇ ਹੀ ਆ ਹਾਲੇ, ਉਹ ਵੀ ਕਹਿ ਦਿੰਦੇ ਆ ਨਹੀਂ ਅਸੀਂ ਨਹੀਂ ਉੱਥੇ ਕਰਨਾ। ਜਾਂ ਕੋਈ ਕਾਲਾ ਆ ਬੱਚਾ ਉਹਨੂੰ ਵੀ ਕਹਿਣਾ ਕਾਲਿਆਂ ਨੂੰ ਮਖੌਲ ਕਰਨਾ। ਇੱਕ ਵਾਰੀ ਮੇਰੇ ਬੱਚਿਆਂ ਦੇ ਫਰੈਂਡ ਆ ਉਹ ਕਾਲੇ ਆ ਅਫਰੀਕਾ ਦੇ, ਤਾਂ ਉਹ ਆਏ ਹੋਏ, ਮੈਂ ਉਹਨੂੰ ਆਪਣੀ ਬੱਚਾ ਮੇਰਾ 10 ਸਾਲਾਂ ਦਾ ਮੇਰਾ ਪੋਤਾ ਸੀ, ਮੈਂ ਉਹਨੂੰ ਕਹਿਤਾ ਮੈਂ ਕਿਹਾ ਉਹ ਜਿਹੜਾ ਕਾਲਾ ਜਿਹਾ ਆਉਂਦਾ, ਕਹਿੰਦਾ ਨੋ ਮਾਂ ਡੋਂਟ ਸੇ ਕਾਲਾ, ਹਿਸ ਨੇਮ ਇਜ਼ ਬਰਾਕੋ। ਉਹ ਮੈਂ ਕਿਹਾ ਸੌਰੀ ਮੈਂ ਕਿਹਾ ਜਿਹੜਾ ਉਹ ਬਰਾਕੋ ਆਉਂਦਾ ਆ। ਸੋ ਇਹ ਜਿਹੜੇ ਜੇ ਤੁਸੀਂ ਐਜ਼ ਏ ਹਿਊਮਨ ਬੀਇੰਗ ਕਿਸੇ ਨੂੰ ਕਾਲਾ ਆ, ਜੇ ਤੁਸੀਂ ਏਦਾਂ ਹੀ ਸਮਝੋ ਵੀ ਸਾਰਿਆਂ ਦੇ ਵਿੱਚ ਹੀ ਜਾਨ ਆ, ਸਾਰੇ ਹਿਊਮਨ ਬੀਇੰਗ ਆ, ਚਾਹੇ ਉਹ ਕਾਲਾ ਆ, ਚਾਹੇ ਉਹ ਗੋਰਾ ਆ, ਚਾਹੇ ਉਹ ਫੀਨਾ ਆ, ਚਾਹੇ ਉਹ ਕਿੱਦਾਂ ਵੀ ਆ, ਜੇ ਤੁਸੀਂ ਐਜ਼ ਇਹ ਹਿਊਮਨ ਬੀਇੰਗ ਸਮਝੋਗੇ ਵੀ ਇਹਦੇ 'ਚ ਵੀ ਜਾਨ ਆ। ਜਿਵੇਂ ਕਹਿੰਦੇ ਆ ਨਾ ਜਾਨਵਰਾਂ 'ਚ ਕੀੜੀ ਤੋਂ ਲੈ ਕੇ ਹਾਥੀ ਤਾਈਂ ਜਾਨ ਆ, ਏਦਾਂ ਹੀ ਇਹ ਕਾਲੇ ਆ ਜਾਂ ਕੋਈ ਜਾਤ ਆ, ਕੋਈ ਵੀ ਇਹਨਾਂ ਸਾਰਿਆਂ 'ਚ ਇੱਕੋ ਜਿਹੀ ਜਾਨ ਆ। ਸੋ ਮੇਰਾ ਖਿਆਲ ਆ ਸਾਨੂੰ ਸਾਰਿਆਂ ਨੂੰ ਰਿਸਪੈਕਟ ਦੇਣੀ ਚਾਹੀਦੀ ਆ, ਜਿੱਦਾਂ ਦਾ ਵਟਐਵਰ ਛੋਟਾ ਆ ਜਾਂ ਵੱਡਾ ਆ। ਥੈਂਕ ਯੂ ਜੀ। ਇਹ ਤਾਂ ਸੀ ਜੀ ਸ਼ਾਂਤੀ ਹੋਣੀ ਕੈਨੇਡਾ ਤੋਂ, ਸਰੀ ਤੋਂ। ਤੁਸੀਂ ਵੀ ਟੈਲੀਫੋਨ ਕਾਲਸ ਕਰਕੇ ਸਾਨੂੰ ਆਪਣੇ ਵਿਚਾਰ ਦੱਸ ਸਕਦੇ ਆ ਤੇ ਤਾਂ ਕਿ ਆਪਾਂ ਇੱਕ ਸੰਵਾਦ ਚ ਆ ਸਕੀਏ। ਬੜਾ ਇਹ ਗੰਭੀਰ ਮਸਲਾ ਹੈਗਾ, ਨਫ਼ਰਤਾਵਾਂ ਨਾਲ ਸਾਡਾ ਸਮਾਜ ਭਰਿਆ ਪਿਆ ਹੈ ਤੇ ਅਸੀਂ ਉਹਨਾਂ ਨਫ਼ਰਤਾਵਾਂ ਵੱਲ। ਹੈਲੋ ਜੀ, ਕੌਣ ਤੇ ਜੀ, ਕਿੱਥੇ ਬੋਲਦੇ? ਵੈਲਕਮ ਹੈ ਜੀ। ਹੈਲੋ ਡਾਕਟਰ ਸਾਹਿਬ, ਨਮਸਕਾਰ। ਜੈ ਭੀਮ ਜੈ ਭਾਰਤ ਜੀ। ਜੈ ਭੀਮ ਜੈ ਭਾਰਤ। ਹਾਂ ਜੀ, ਮਾਨ ਸਾਹਿਬ ਕੀ ਕਹਿਣਾ ਚਾਹੋਗੇ? ਠੀਕ ਠਾਕ ਹੈ ਜੀ, ਬਹੁਤ ਵਧੀਆ ਤੁਹਾਡਾ ਪ੍ਰੋਗਰਾਮ। ਦੇਖੋ ਜੀ, ਕਹਿਣਾ ਕੀ ਆ, ਸਾਡਾ ਜਿਹੜਾ ਮੁਲਕ ਆ ਨਾ, ਜਿਹੜੇ ਇਹ ਲੋਕ ਨੇ ਜਿਹੜੇ ਨਾ ਟਰਾਂਸਜੈਂਡਰ ਦੇ ਹੁੰਦੇ ਨੇ, ਸਾਡੇ ਲੋਕ ਇਹਨਾਂ ਨੂੰ ਉੱਥੇ ਨਫ਼ਰਤ ਕਰਦੇ ਆ, ਲੇਕਿਨ ਇੱਥੇ ਲੋਕ ਉਹਨਾਂ ਨੂੰ ਆਰਟਿਸਟ ਕਹਿੰਦੇ ਆ, ਕਿਉਂਕਿ ਸਾਡੀ ਤਾਂ ਇਹ ਮਤਲਬ ਆਦਤ ਹੀ ਬਣ ਗਈ ਹੈ। ਜੇ ਕਿਸੇ ਦੀ ਵਿਚਾਰੇ ਦੀ ਲੱਤ 'ਚ ਫੜ ਕੇ ਉਹਨਾਂ ਵੀ ਅਸੀਂ ਉਹਨੂੰ ਲੰਗੜਾ ਲੂਲਾ ਕਹਿ ਕੇ ਉਹਦਾ ਜਿਹੜਾ ਮਾਨਸਿਕ ਉਹਦੀ ਸੰਤੁਲਨ ਹੈ ਉਹਨੂੰ ਵੀ ਡਾਊਨ ਕਰਦੇ ਆ। ਜੇ ਕਿਸੇ ਦੀ ਅੱਖ ਫੜਦੇ ਉਹਨੂੰ ਕਾਣਾ ਕਹਿੰਦੇ ਆ, ਫਟਾਫਟ ਕੁਝ ਦੇਖਦੇ ਨਹੀਂ, ਲੈਣਾ ਨਹੀਂ, ਉਲਟੇ ਨਾਂ ਪਾ ਕੇ ਬਜਾਏ ਉਹਨਾਂ ਦੀ ਸਹਾਇਤਾ ਕਰਨ ਦੇ, ਉਹਨਾਂ ਦਾ ਮਨੋਬਲ ਜਿਹੜਾ ਉੱਚਾ ਕਰਨ ਦੀ ਬਜਾਏ ਅਸੀਂ ਉਹਨੂੰ ਨਫ਼ਰਤ ਨਾਲ ਦੇਖਦੇ ਆ। ਤੇ ਇਹ ਜਿਹੜੀ ਚੀਜ਼ ਹੈ ਨਾ ਸਾਡੇ ਵਿੱਚ, ਸਾਡੇ ਭਾਰਤੀਆਂ ਵਿੱਚ ਬਹੁਤ ਜ਼ਿਆਦਾ ਹੈਗੀ ਆ। ਤੇ ਬਾਕੀ ਜਿਹੜੀ ਚੀਜ਼ ਹੈਗੀ ਇਹ ਉਹਨਾਂ ਦਾ ਕੋਈ ਕਸੂਰ ਨਹੀਂ, ਇਹ ਨੈਚੁਰਲ ਚੀਜ਼ ਆ ਜਿਹੜੀ ਕਿ ਅਗਰ ਉਹ ਹੀ ਜਿਹੜੇ ਆ ਜਾਂ ਉਹ ਕੁਝ ਵੀ ਹੈਗਾ ਆ, ਇਹ ਉਹਨਾਂ ਦੀ ਨੈਚੁਰਲ ਉਹਨਾਂ ਦੀ ਪੈਦਾਇਸ਼ ਹੀ ਏਦਾਂ ਹੋਈ ਆ। ਅਸੀਂ ਉਹਨਾਂ ਨਾਲ ਨਫ਼ਰਤ ਕਿਉਂ ਕਰੀਏ? ਅਸੀਂ ਵੀ ਉਹਨਾਂ ਨੂੰ ਉੱਪਰ ਬਰਾਬਰ ਦਾ ਇਨਸਾਨ ਐਜ਼ ਏ ਇਨਸਾਨ ਸਮਝੀਏ ਤਾਂ ਸਾਡੇ ਲਈ ਚੰਗਾ ਹੈਗਾ। ਕਿਉਂਕਿ ਅਸੀਂ ਲੋਕ ਜ਼ਿਆਦਾਤਰ ਆਪਣੀ ਪੀੜ੍ਹੀ ਥੱਲੇ ਕਿਤੇ ਨਾ ਸੋਟਾ ਨਹੀਂ ਫੇਰਦੇ ਹੈਗੇ, ਕਿਉਂਕਿ ਇਸੇ ਕਰਕੇ ਸਾਡੇ ਲੋਕ ਜਿਹੜੀ ਮਾਨਸਿਕ ਤੌਰ ਤੇ ਬੜੇ ਇੱਕ ਕਿਸੇ ਦੇ ਦੂਸਰੇ ਇਨਸਾਨ ਨੂੰ ਗਿਰਾਵਟ ਵੱਲ ਉਹਨੂੰ ਧੱਕਣਾ ਚਾਹੁੰਦੇ ਹੈਗੇ ਆ। ਇਸ ਕਰਕੇ ਸਾਡੇ ਲੋਕਾਂ ਨੂੰ ਐਜੂਕੇਟ ਜ਼ਰੂਰ ਹੋਣਾ ਚਾਹੀਦਾ। ਔਰ ਜਿਹੜੇ ਇੱਥੇ ਬੱਚੇ ਹੈ ਇਹ ਤਾਂ ਜਾਣਦੇ ਆ ਕਿਉਂਕਿ ਇਹ ਨਫ਼ਰਤ ਤੇ ਇਹਨਾਂ ਦੇ ਦਿਲ 'ਚ ਬਹੁਤ ਘੱਟ ਨਫ਼ਰਤ ਹੈ। ਸਾਡੇ ਲੋਕਾਂ 'ਚ 95% ਨਫ਼ਰਤ ਹੈ ਭਾਰਤ ਦੇ ਵਿੱਚ, ਇੱਥੇ ਲੋਕ 5% ਹੋਣਗੇ ਸਿਰਫ ਜਿਹੜੇ ਇੱਦਾਂ ਦੇ ਚੀਜ਼ਾਂ ਨਾਲ ਨਫ਼ਰਤ ਕਰਦੇ ਆ। ਤੇ ਇਸ ਕਰਕੇ ਮੈਂ ਤਾਂ ਇਹੀ ਕਹੂੰਗਾ ਕਿ ਆਪਣੇ ਲੋਕਾਂ ਨੂੰ ਥੋੜਾ ਜਿਹਾ ਆਪਣੇ ਦਿਮਾਗ ਤੋਂ ਇਹਨੂੰ ਡਿਵੈਲਪ ਕਰਨਾ ਚਾਹੀਦਾ
ਕਿਉਂਕਿ ਹਰੇਕ ਇਨਸਾਨ ਦੇ ਨਾਲ, ਚਾਹੇ ਕਿਸੇ ਵੀ ਕਾਲਾ ਗੋਰਾ, ਕਿਸੇ ਵੀ ਜਾਤ ਪਾਤ ਦਾ ਹੈਗਾ, ਕੋਈ ਨਫ਼ਰਤ ਨਹੀਂ ਹੋਣੀ ਚਾਹੀਦੀ। ਇਨਸਾਨ ਆ, ਇਨਸਾਨ ਪੈਦਾ ਆ ਹੁੰਦਾ, ਤੇ ਬਾਕੀ ਰੰਗ ਭੇਦ ਤਾਂ ਉਹਦੇ ਨੈਚੁਰਲ ਚੀਜ਼ ਹੈ, ਉਹ ਕੋਈ ਚੇਂਜ ਨਹੀਂ ਕਰ ਸਕਦਾ। ਓਕੇ ਮਾਨ ਸਾਹਿਬ, ਬਹੁਤ ਮਿਹਰਬਾਨੀ। ਇਹ ਤਾਂ ਸੀ ਜੀ ਪ੍ਰੇਮ ਮਾਨ ਹੁਣੀ ਲੰਡਨ ਤੋਂ, ਜਿਨ੍ਹਾਂ ਨੇ ਆਪਣੇ ਵਿਚਾਰ ਸਾਨੂੰ ਸਾਂਝੇ ਕੀਤੇ। ਹੈਲੋ ਜੀ। ਅਤੇ ਜਾਣੀ ਕਿ ਜਿਹੜੀ ਗੱਲ ਨਫ਼ਰਤ ਦੀ ਕਰਦੇ ਹੈਗੇ ਸਾਡੇ ਸਮਾਜ ਦੇ ਵਿੱਚ, ਮੈਂ ਸਮਝਦਾ ਨਫ਼ਰਤ ਜਿਹੜੀ ਹੈਗੀ ਬਹੁਤ ਜ਼ਿਆਦਾ ਹੈ। ਅਸੀਂ ਕੋਈ ਨਾ ਕੋਈ ਜਿਹੜਾ ਨੁਕਸ ਕਿਸੇ ਵਿੱਚ ਲੱਗ ਕੇ ਉਹਦੀ ਖਿਲੀ ਉਡਾਉਣ ਦੀ ਕੋਸ਼ਿਸ਼ ਕਰ ਦਿੰਦੇ ਆ। ਹੈਲੋ ਜੀ, ਕੌਣ ਤੇ ਜੀ, ਕਿੱਥੇ ਬੋਲਦੇ? ਵੈਲਕਮ ਹੈ ਜੀ। ਡਾਕਟਰ ਸਾਹਿਬ ਜੀ, ਮੇਰਾ ਨਾਮ ਪੁਰਸ਼ੋਤਮ ਹੈ ਜੀ। ਪੁਰਸ਼ੋਤਮ ਜੀ, ਕੀ ਕਹਿਣਾ ਚਾਹੋਗੇ? ਪਹਿਲਾਂ ਤਾਂ ਡਾਕਟਰ ਜੀ ਮੈਂ ਤੁਹਾਨੂੰ ਕ੍ਰੈਡਿਟ ਦੇਣਾ ਚਾਹੁੰਦਾ ਹਾਂ। ਥੈਂਕ ਯੂ ਜੀ। ਬਹੁਤ ਜ਼ਿਆਦਾ ਜਾਗਰੂਕਤੀ ਲਿਆਉਂਦੇ ਆ ਤੁਸੀਂ, ਔਰ ਤੁਸੀਂ ਆਪਣੇ ਜਿਹੜਾ ਕੰਮ ਆ ਇਹ ਕਰੀ ਚੱਲੋ, ਕਿਉਂਕਿ ਇੱਦਾਂ ਹੀ ਲੋਕਾਂ ਦੇ ਵਿੱਚ ਅਵੇਅਰਨੈਸ ਹੋਣੀ ਆ। ਥੈਂਕ ਯੂ ਜੀ। ਇਹ ਜਿਹੜੇ ਟੌਪਿਕ ਤੁਸੀਂ ਲੈ ਕੇ ਆਉਂਦੇ ਆ ਨਾ, ਕਿਤੇ ਹੋਰ ਡਿਸਕਸ ਨਹੀਂ ਹੁੰਦੇ, ਅਸੀਂ ਕਿਸੇ ਮੀਡੀਆ 'ਚ ਵੀ ਨਹੀਂ ਦੇਖਦੇ, ਤੇ ਉੱਦਾਂ ਵੀ ਆਮ ਤੌਰ ਤੇ ਜਦੋਂ ਗੱਲਾਂ ਬਾਤਾਂ ਵੀ ਕਰਦੇ ਆ ਉਦੋਂ ਵੀ ਨਹੀਂ ਡਿਸਕਸ ਹੁੰਦੇ। ਔਰ ਡਾਕਟਰ ਜੀ ਇਹ ਦੇਖੋ, ਜਿਹੜੇ ਘੱਟ ਗਿਣਤੀ ਦੇ ਆ ਉਹਨਾਂ ਦੇ ਨਾਲ ਤਾਂ ਵਿਤਕਰਾ ਹੁੰਦਾ ਹੀ ਹੁੰਦਾ ਹੈ, ਪਰ ਕਾਨੂੰਨੀ ਤੌਰ ਤੇ ਤਾਂ ਕੋਈ ਵਿਤਕਰਾ ਨਹੀਂ ਹੈਗਾ। ਇਹਦੇ ਵਿੱਚ ਅਸੀਂ ਦੇਖਿਆ ਕਿ ਅਸੀਂ ਆਪਣੇ ਆਪ ਤੋਂ ਹੀ ਪਹਿਲਾਂ ਸ਼ੁਰੂ ਕਰੀਏ ਕਿ ਅਸੀਂ ਕਿਸੇ ਦੇ ਨਾਲ ਐਸੋਸੀਏਟ ਕਦੋਂ ਕੀਤਾ ਹੈ। ਇਹਨਾਂ ਨਾਲ ਜਿਹੜੇ ਸਾਨੂੰ ਲੱਗਦੇ ਆ, ਜਿਨ੍ਹਾਂ ਨਾਲ ਅਸੀਂ ਡਿਸਕ੍ਰਿਮੀਨੇਟ ਕਰਦੇ ਆ, ਅਸੀਂ ਉਹਨਾਂ ਨਾਲ ਐਸੋਸੀਏਟ ਕਰਦੇ ਆ। ਇਹ ਤਾਂ ਮੈਨੂੰ ਤਾਂ ਲੱਗਦਾ ਅਸੀਂ ਆਪਣੇ ਆਪ ਤੋਂ ਪਹਿਲਾਂ ਬਲੇਮ ਚਾਲੂ ਕਰੀਏ। ਔਰ ਤੁਸੀਂ ਆ ਜਦੋਂ ਜਾਗਰੂਕਤੀ ਲਿਆਉਂਦੇ ਆ, ਸਾਡੀ ਵੀ ਸੋਚ ਬਦਲੇਗੀ। ਇਹ ਤੁਸੀਂ ਨਾ ਸੋਚ ਬਦਲਦੇ ਆ ਸਾਰਿਆਂ ਦੀ। ਇਹ ਤਾਂ ਆਪਣੇ ਪੁਰਸ਼ੋਤਮ ਜੀ, ਮਹਾਤਮਾ ਬੁੱਧ ਦਾ ਕਥਨ ਆ, ਉਹ ਕਹਿੰਦਾ ਰਿਹਾ ਵੀ ਜਿਹੜਾ ਥਾਟਸ ਚੇਂਜ ਦ ਵਰਲਡ। ਇਹ ਜਿਹੜੇ ਸਾਡੇ ਵਿਚਾਰ ਹੈਗੇ ਉਸ ਤੋਂ ਬਾਅਦ ਸਾਡਾ ਐਕਸ਼ਨ ਬਣਦਾ, ਐਕਸ਼ਨ ਤੋਂ ਬਾਅਦ ਬਿਹੇਵੀਅਰ ਬਣਦਾ। ਯੈਸ, ਹਾਂਜੀ, ਕੈਰੀ ਔਨ। ਬਿਲਕੁਲ ਡਾਕਟਰ ਜੀ, ਆਹ ਜਿਹੜੀ ਤੁਸੀਂ ਲੋਕਾਂ ਦੀ ਸੋਚ ਬਦਲਦੇ ਆ ਇਸ ਵੇਲੇ, ਇਸ ਕਰਕੇ ਮੈਂ ਤੁਹਾਨੂੰ ਸਭ ਤੋਂ ਵੱਡਾ ਕ੍ਰੈਡਿਟ ਦੇਣਾ ਆ। ਔਰ ਇਹ ਸਾਨੂੰ ਹੁਣ ਚਾਹੀਦਾ ਆ, ਕਿਉਂਕਿ ਸਾਰੇ ਬੁਲਾਰੇ ਤਾਂ ਆਪਣਾ ਬੋਲ ਗਏ ਜੋ ਕੁਝ ਬੋਲਣਾ ਚਾਹੀਦਾ, ਪਰ ਮੈਨੂੰ ਲੱਗਦਾ ਕਿ ਅਸੀਂ ਹੁਣ ਮੈਨਕਾਈਂਡ ਲਈ ਕੰਟਰੀਬਿਊਟ ਕਰੀਏ ਨਾ। ਤੇ ਇਹ ਨਾ ਕਿ ਮੈਂ ਕਹਿਣਾ ਚਾਹੁੰਦਾ ਡਾਕਟਰ ਸਾਹਿਬ ਜੀ। ਬਹੁਤ ਮਿਹਰਬਾਨੀ ਜੀ। ਇਹ ਤਾਂ ਸੀ ਜੀ ਪੁਰਸ਼ੋਤਮ ਹੁਣੀ, ਭਾਜੀ ਹੁਣੀ, ਜਿਨ੍ਹਾਂ ਨੇ ਟੈਲੀਫੋਨ ਕਾਲ ਕਰਕੇ ਆਪਣੇ ਸਾਡੇ ਨਾਲ ਵਿਚਾਰ ਸਾਂਝੇ ਕੀਤੇ ਹੈਗੇ ਆ। ਸਾਡੇ ਟੈਲੀਫੋਨ ਲਾਈਨਸ ਅਜੇ ਵੀ ਖੁੱਲ੍ਹੀਆਂ ਹੈਗੀਆਂ, 0300 770 2246। ਸਾਡੇ ਤੋਂ ਅਜੇ ਵੀ 4 ਮਿੰਟ ਤੋਂ ਉੱਪਰ ਟਾਈਮ ਹੈਗਾ, ਜੇ ਤੁਸੀਂ ਟੈਲੀਫੋਨ ਕਾਲ ਕਰਕੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰਨੇ ਚਾਹੁੰਦੇ ਆ। ਗੱਲ ਜਿਹੜੀ ਹੈਗੀ ਆ ਅਸਲ 'ਚ। ਹੈਲੋ ਜੀ, ਕੌਣ ਤੇ ਜੀ, ਕਿੱਥੋਂ ਬੋਲਦੇ? ਵੈਲਕਮ ਹੈ ਜੀ। ਅੰਗਰੇਜ਼ੀ ਬੋਲਣ ਦਾ ਯਾਰ। ਹੈਲੋ ਜੀ, ਕੌਣ ਤੇ ਜੀ, ਕਿੱਥੋਂ ਬੋਲਦੇ ਆ? ਵੈਲਕਮ ਹੈ ਜੀ। ਹੈਲੋ, ਹਾਂਜੀ। ਜੈ ਗੁਰਦੂ, ਜੈ ਗੁਰੂ, ਜੈ ਗੁਰਦੇਵ ਜੀ। ਜੈ ਗੁਰਦੇਵ ਜੀ। ਹਾਂਜੀ ਹਾਂਜੀ, ਬਸ ਤੁਹਾਡੇ ਪ੍ਰੋਗਰਾਮ ਸੁਣੀਦੇ ਬਹੁਤ ਵਧੀਆ ਆਉਂਦੇ ਜੀ ਕਾਂਸੀ ਟੀਵੀ ਤੇ। ਅੱਛਾ ਜੀ। ਹਾਂਜੀ, ਗੁਰਬਾਣੀ ਦੇ ਮੈਂ ਗੁਰੂ ਰਵਿਦਾਸ ਸਭਾ ਸੇਵਾ ਕਰ ਰਹੇ ਹਾਂ, ਮੁੱਖ ਗ੍ਰੰਥੀ ਦੀ। ਹਾਂਜੀ। ਤੇ ਇਹਦੇ ਕਾਂਸੀ ਟੀਵੀ ਦੇ ਜੋ ਪ੍ਰੋਗਰਾਮ ਆਉਂਦੇ ਆ, ਗੁਰਬਾਣੀ ਦੇ ਵਿਚਾਰ ਆਉਂਦੇ ਆ, ਬਹੁਤ ਵਧੀਆ ਹੁੰਦੇ ਆ। ਥੈਂਕ ਯੂ ਜੀ, ਥੈਂਕ ਯੂ। ਹਾਂ, ਤੇ ਗੁਰੂ ਰਵਿਦਾਸ ਜੀ ਨੇ ਵੀ ਗਰੀਬਾਂ ਵਾਸਤੇ ਬਹੁਤ, ਉਹਨਾਂ ਦੀ ਵੀ ਇਤਿਹਾਸ, ਔਰ ਉਹਨਾਂ ਨੇ ਆਖਿਆ ਕਹਿ ਰਵਿਦਾਸ ਹੱਥ ਪੈ ਨੇਰੇ ਸਹਿਜੇ ਹੋਏ ਸੋ ਹੋਈ। ਓਕੇ ਜੀ, ਓਕੇ ਭਾਈ। ਪਰਮਾਤਮਾ ਜਿਹੜਾ ਵਾ ਹੱਥਾਂ ਤੋਂ ਵੀ ਨੇੜੇ ਆ। ਠੀਕ ਹੈ ਜੀ, ਠੀਕ ਹੈ। ਉਹਨਾਂ ਦੀ ਸਿੱਖਿਆਵਾਂ ਤੇ ਸਾਨੂੰ ਚੱਲਣ ਦਾ ਸਮਰਥ ਬਖਸ਼ੇ ਜੀ। ਠੀਕ ਹੈ, ਥੈਂਕ ਯੂ, ਥੈਂਕ ਯੂ ਭਾਜੀ, ਬਹੁਤ ਮਿਹਰਬਾਨੀ। ਅਜੇ ਵੀ ਸਾਡੇ ਤੋਂ 3 ਮਿੰਟ ਹੈ, ਜੇ ਤੁਸੀਂ ਵੀ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰਨੇ ਚਾਹੁੰਦੇ ਆ। ਜਿਹੜੀ ਗੱਲ ਡਿਸਕ੍ਰਿਮੀਨੇਸ਼ਨ ਦੀ ਆਪਾਂ ਕਰਦੇ ਹੈਗੇ, ਅਤੇ ਜਿਹੜੀ ਗੱਲ ਆਪਾਂ ਬਰਾਬਰਤਾ ਦੀ ਕਰਦੇ ਹੈਗੇ ਆ, ਜੇ ਅਸੀਂ ਬਰਾਬਰਤਾ ਦੀ ਗੱਲ ਕਰਦੇ ਤਾਂ ਫਿਰ ਸਾਨੂੰ ਵਿਤਕਰਾ, ਨਫ਼ਰਤਾਵਾਂ, ਇਹਨਾਂ ਤੋਂ ਨਿਜਾਤ ਪਾਉਣ ਦੀ ਗੱਲ ਹੈ। ਸਾਨੂੰ ਇੰਟਰੋਸਪੈਕਸ਼ਨ। ਹੈਲੋ ਜੀ, ਕੌਣ ਤੇ ਜੀ, ਕਿੱਥੇ ਬੋਲਦੇ? ਵੈਲਕਮ ਹੈ ਜੀ। ਹਰੀਸ਼, ਦਿਸ ਇਜ਼ ਅਵਤਾਰ ਮੰਗਤ। ਅਵਤਾਰ ਜੀ, ਕੀ ਕਹਿਣਾ ਚਾਹੋਗੇ? 3 ਮਿੰਟ ਹੈ ਆਪਣੇ ਤੋਂ। ਹਾਂਜੀ, ਦੇਖੋ ਜੀ, ਵੈਰੀ ਇੰਪੋਰਟੈਂਟ ਇਸ਼ੂਜ਼ ਹੈਗੇ ਨੇ। ਪਹਿਲੀ ਤਾਂ ਗੱਲ ਹੈ ਵੀ ਜਿੰਨੇ ਵੀ ਬੰਦੇ, ਕੋਈ ਵੀ ਮਾਈਨੋਰਿਟੀ ਹੈ, ਵੈਦਰ ਇਟਸ ਰਿਲੀਜੀਅਸ ਮਾਈਨੋਰਿਟੀ ਜਾਂ ਸੈਕਸ਼ੂਅਲ ਮਾਈਨੋਰਿਟੀ ਜਾਂ ਕਿਸੇ ਵੀ ਚੀਜ਼ ਦੀ ਮਾਈਨੋਰਿਟੀ ਹੈ, ਤੇ ਵਨ ਸ਼ੁਡ ਨਾਟ ਉਹਨਾਂ ਨੂੰ ਸੌਰਟ ਆਫ ਲੁੱਕ ਡਾਊਨ ਔਨ ਦੈਮ, ਕੋਈ ਵੀ ਹੋਵੇ।
ਮਗਰ ਜਿਹੜੀ ਡਿਸਕ੍ਰਿਮੀਨੇਸ਼ਨ ਹੈਗੀ ਆ, ਆਪਾਂ ਸਾਰੇ ਡਿਸਕ੍ਰਿਮੀਨੇਟ ਸਰਟਨ ਚੀਜ਼ ਨੂੰ ਕਰਦੇ ਆ। ਡਿਸਕ੍ਰਿਮੀਨੇਸ਼ਨ ਨਾਟ ਨੈਸੈਸਰਲੀ ਇਨ ਦਾ ਨੈਗੇਟਿਵ ਸੈਂਸ, ਡਿਸਕ੍ਰਿਮੀਨੇਸ਼ਨ ਪੋਜ਼ਿਟਿਵ ਸੈਂਸ 'ਚ ਵੀ ਹੁੰਦੀ ਆ। ਜਦੋਂ ਕਲਾਸੀਫਿਕੇਸ਼ਨ ਕਰਦੇ ਹੋ ਕਈ ਵਾਰੀ ਪਲਾਂਟਸ ਦੀ ਜਾਂ ਐਨੀਮਲਸ ਦੀ, ਉਹ ਡਿਸਕ੍ਰਿਮੀਨੇਟ ਕਰਦੇ ਹੋ ਤੇ ਪੋਜ਼ਿਟਿਵ ਸੈਂਸ 'ਚ ਕਰਦੇ ਆ ਤੁਸੀਂ। ਜਾਂ ਹਿਊਮਨ ਬੀਇੰਗਸ ਦੀ ਵੀ ਆਪਾਂ ਡਿਸਕ੍ਰਿਮੀਨੇਟ ਕਈ ਵਾਰੀ ਕਰਦੇ ਆ ਵੀ ਇਸ ਮੁਲਕ ਤੋਂ ਨੇ, ਇਸ ਮੁਲਕ ਤੋਂ ਨੇ, ਜਾਂ ਤੇ ਬੈਕਗਰਾਊਂਡ ਤੋਂ ਨੇ, ਫॉर ए पॉजिटिव थिंग, ਉਹ ਵੀ ਡਿਸਕ੍ਰਿਮੀਨੇਟ ਕਰਕੇ ਫਿਰ ਉਹਨਾਂ ਤੇ ਆਪਾਂ ਐਕਸ਼ਨ ਲੈਂਦੇ ਆ। ਸੋ ਜਿਹੜੀ ਉਹ ਡਿਸਕ੍ਰਿਮੀਨੇਸ਼ਨ ਆ, that is acceptable to certain extent, ਵੀ ਕਿਸ ਪਰਪਸ ਵਾਸਤੇ ਕਰ ਰਹੇ ਹੋ ਤੁਸੀਂ। ਮਗਰ ਜਿਹੜੇ ਡਿਸਕ੍ਰਿਮੀਨੇਸ਼ਨ ਜੇ ਤੁਸੀਂ ਕਰਦੇ ਹੋ ਟੂ ਲੁੱਕ ਡਾਊਨ ਔਨ ਫੈਲੋ ਹਿਊਮਨ ਬੀਇੰਗਸ, ਉਹ ਬਹੁਤ ਭੈੜੀ ਆ। ਐਸ ਫਾਰ ਐਜ਼ ਜਿਹੜੀ ਤੁਸੀਂ ਅੱਜ ਰੱਖਿਆ ਹੈਗਾ ਟੌਪਿਕ ਟਰਾਂਸਜੈਂਡਰ ਦਾ ਜਾਂ ਯੂਨੈਕਸ ਜਾਂ ਉਹ ਜਿਹੜੇ ਬੰਦੇ ਨੇ ਕੋਈ ਵੀ, ਮਗਰ ਗੁੱਡ ਥਿੰਗ ਦੇ ਉਹਦੇ ਦੇਖੋ ਜੀ ਪਿਛਲੇ ਫਿਊ ਈਅਰਸ ਦੇ ਵਿੱਚ ਬੜੀ ਅੱਛੀ ਡਿਵੈਲਪਮੈਂਟ ਵੀ ਹੋਈ ਆ। ਉਹ ਇਹ ਹੈ ਹੁਣ ਇੱਥੇ ਜਿਹੜੇ ਲਾਜ਼ ਨੇ ਉਹ ਸਾਰਿਆਂ ਨੂੰ ਐਜ਼ ਇਕੁਅਲ ਕਹਿੰਦੇ ਨੇ ਵੀ ਉਹਨਾਂ ਤੇ ਤੁਸੀਂ ਡਿਸਕ੍ਰਿਮੀਨੇਟ ਨਹੀਂ ਕਰ ਸਕਦੇ ਔਨ ਦੇਅਰ ਬੈਕਗਰਾਊਂਡ, ਠੀਕ ਨਹੀਂ। ਇੰਡੀਆ 'ਚ ਵੀ, ਇੰਡੀਆ 'ਚ ਆਪਾਂ ਕਈ ਵਾਰੀ ਕਹਿ ਦਿੰਦੇ ਆ ਵੀ ਬਹੁਤ ਕੁਝ ਘੱਟ ਹੋ ਰਿਹਾ, ਮਤਲਬ ਸਰਟਨ ਪੋਜ਼ਿਟਿਵ ਥਿੰਗਸ ਇਹ ਹੋ ਰਹੀਆਂ ਨੇ। ਮਗਰ ਉੱਥੇ ਵੀ ਜਿਹੜੇ ਯੂਨੈਕਸ ਨੇ ਉਹਨਾਂ ਨੂੰ ਇੰਸਟੀਟਿਊਸ਼ਨਲੀ ਐਜ਼ ਏ ਥਰਡ ਜੈਂਡਰ ਗਿਣਿਆ ਗਿਆ। ਮੇਲ, ਫੀਮੇਲ ਐਂਡ ਯੂਨੈਕਸ ਜਿਹੜੇ ਨੇ ਉਹ ਐਜ਼ ਏ ਥਰਡ ਜੈਂਡਰ ਆ। ਬਹੁਤ ਮੁਲਕ ਨਹੀਂ ਹੈਗੇ ਏਦਾਂ ਦੇ, ਸਪੈਸ਼ਲੀ ਇਨ ਦੀ ਏਸ਼ੀਅਨ ਸਬ ਕੰਟੀਨੈਂਟ। ਮੇਰਾ ਖਿਆਲ ਨਹੀਂ ਕੋਈ ਵੀ ਇੱਕ ਦੋ ਹੋਰ ਮੁਲਕ ਹੋਏਗਾ ਜਾਂ ਨਹੀਂ, ਆਈ ਐਮ ਨਾਟ ਅਵੇਅਰ ਆਫ ਦੈਟ, ਮਗਰ ਜ਼ਿਆਦਾ ਮੁਲਕ ਹੈ ਨਹੀਂ। ਸੋ ਉਹ ਜਿਹੜੀ ਚੀਜ਼ ਹੈ ਜਿਹੜੀ ਫਸਟ ਹੈ ਰੈਕਗਨਾਈਜ਼ਿੰਗ ਇਨ ਲਾਅ ਵੀ ਇਹ ਐਗਜ਼ਿਸਟ ਕਰਦੇ ਨੇ, ਤੇ ਦੈਨ ਦੇ ਐਕਸੈਸ ਟੂ ਆਲ ਦੀ ਫੈਸਿਲਿਟੀਜ਼ ਜਾਂ ਦੇ ਰੂਲ ਨੋਰਮਸ ਆਫ ਦਿਸ ਕੰਟਰੀ ਹੈਗੇ ਨੇ। ਮਗਰ ਜਿਹੜਾ ਡਿਸਕ੍ਰਿਮੀਨੇਸ਼ਨ ਦੇਖੋ ਜੀ, ਇਹ ਜਿਹੜੇ ਸਪੈਸ਼ਲੀ ਦਿਸ ਕੈਟੇਗਰੀ, ਉਹ ਜਿਹੜੇ ਬੰਦੇ ਨੇ ਜਿਹੜੇ ਉਹਨਾਂ ਦੇ ਕਰੈਕਟਰਿਸਟਿਕਸ ਨੇ, ਇਟਸ ਨਾਟ they haven't made them, they have been born with those characteristics. Especially ਜਿੱਦਾਂ ਹੁਣ ਯੂਨੈਕਸ ਨੇ, they are hermaphrodites, that means bisexual ਕਹ ਲਓ ਤੁਸੀਂ। ਬਾਕੀ ਜਿਹੜੇ ਦੂਸਰੇ ਵੀ ਹੈਗੇ ਨੇ ਕਈ ਉਹਨਾਂ ਦੇ ਡੋਮੀਨੈਂਟ ਕਰੈਕਟਰਿਸਟਿਕਸ ਹੁੰਦੇ ਨੇ, they want to change to that sex। ਓਕੇ ਅਵਤਾਰ ਜੀ, ਟਾਈਮ ਖਤਮ ਹੋ ਗਿਆ। ਐਮਪਲੋਇਮੈਂਟ ਏਦਾਂ ਹੈ, ਇਹ ਨਹੀਂ ਹੋਣੀ ਚਾਹੀਦੀ ਵੀ ਇਕੁਅਲਿਟੀ ਆਫ ਓਪਰਚੁਨਿਟੀ ਸਭ ਨੂੰ ਹੋਣੀ ਚਾਹੀਦੀ ਹੈ। ਓਕੇ ਅਵਤਾਰ ਜੀ, ਥੈਂਕ ਯੂ ਬਹੁਤ ਮਿਹਰਬਾਨੀ। ਇਹ ਤਾਂ ਸੀ ਜੀ ਅਵਤਾਰ ਮੰਗਟ ਹੋਣੀ। ਸਭ ਤੋਂ ਟਾਈਮ ਬਿਲਕੁਲ ਹੁਣ ਖਤਮ ਹੋ ਗਿਆ। ਆਮ ਰੀਲੀ ਸੌਰੀ, ਜਿਹੜੀਆਂ ਕਾਲਸ ਨੂੰ ਵੇਟ ਕਰਦੀਆਂ ਮੈਂ ਅੱਜ ਲੈ ਨਹੀਂ ਸਕਦਾ। ਅਗਲੇ ਹਫ਼ਤੇ ਮੈਂ ਕਾਲਸ ਲੈਣ ਦਾ ਕੋਸ਼ਿਸ਼ ਕਰੂੰਗਾ। ਅਗਲੇ ਹਫ਼ਤੇ ਤੁਹਾਡੇ ਨਾਲ ਮੈਂ ਫੇਰ ਇੱਕ ਇਹੋ ਜਿਹਾ ਹੀ ਮਸਲਾ ਲੈ ਕੇ ਆਊਂਗਾ ਜਿਹਦੇ ਬਾਰੇ ਸ਼ਾਇਦ ਘੱਟ ਗੱਲ ਹੁੰਦੀ ਹੋਵੇ। ਮੈਂ ਸਾਰੇ ਕਾਲਜ ਦਾ ਤਹਿ ਦਿਲ ਤੋਂ ਧੰਨਵਾਦੀ ਹੈਗਾ। ਇਸ ਤਰ੍ਹਾਂ ਹੀ ਤੁਸੀਂ ਜਿਹੜਾ ਹੈਗਾ ਟੈਲੀਫੋਨ ਕਾਲਸ ਕਰਦੇ ਰਹੋ ਅਤੇ ਆਪਾਂ ਇਹਨਾਂ ਗੰਭੀਰ ਮਸਲਿਆਂ 'ਤੇ ਸੰਵਾਦ ਰਚਾਉਂਦੇ ਰਹੀਏ। ਅਤੇ ਮੈਨੂੰ ਇੱਥੇ ਤੁਸੀਂ ਇਜਾਜ਼ਤ ਦਿਓ, ਤੁਹਾਨੂੰ ਮੈਂ ਅਗਲੇ ਹਫ਼ਤੇ ਫਿਰ ਮਿਲਦਾ। ਥੈਂਕ ਯੂ ਜੀ, ਬਾਏ ਬਾਏ।